ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਸ਼ਾਮ ਨੂੰ ਗੁਰਬਾਣੀ ਦੀ ਸੰਥਿਆ ਕਰਦੇ ਹਾਂ। ਸੋਹਿਲਾ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਆਪਾਂ ਸੰਪੂਰਨ ਕਰ ਲਈ ਹੈ ਤੇ ਇਸ ਤੋਂ ਬਾਅਦ ਆਪਾਂ ਹੁਣ ਆਨੰਦ ਸਾਹਿਬ ਦੀ ਬਾਣੀ ਜੋ ਹੈ ਉਹ ਆਰੰਭਤਾ ਕਰਨੀ ਹੈ। ਜਿਵੇਂ ਆਪ ਜੀ ਨਾਲ ਅਰਦਾਸ ਨੇ ਕੱਲ ਵੀ ਕਿਹਾ ਸੀ ਕਿ ਆਪ ਜੀ ਦੱਸੋ ਕਿਹੜੀ ਬਾਣੀ ਦੀ ਆਰੰਭਤਾ ਕੀਤੀ ਜਾਵੇ। ਤੋ ਵੈਸੇ ਤੇ ਚਲੋ ਜਾਪ ਸਾਹਿਬ ਬਾਰੇ ਵੀ ਕਾਫੀ ਸੰਗਤ ਨੇ ਕਿਹਾ ਸੀ ਤੇ ਆਨੰਦ ਸਾਹਿਬ ਬਾਰੇ ਵੀ ਸੰਗਤ ਨੇ ਕਿਹਾ ਸੀ ਤੇ ਆਨੰਦ ਸਾਹਿਬ ਦੀਆਂ ਉਂਝ ਵੀ ਆਪਾਂ 5 ਪੌੜੀਆਂ ਦੀ ਸੰਥਿਆ ਜਿਹੜੀ ਉਹ ਕਰ ਚੁੱਕੇ ਹਾਂ ਰਹਿਰਾਸ ਸਾਹਿਬ ਦੇ ਵਿੱਚ। ਸੋ ਮਨ ਵਿੱਚ ਇਹ ਗੱਲ ਆਈ ਕਿ ਕਿਉਂ ਨਾ ਆਨੰਦ ਸਾਹਿਬ ਦੀ ਬਾਣੀ ਹੀ ਜਿਹੜੀ ਆ ਉਹ ਵਿਸ਼ਾ ਨਾਲ ਜੁੜ ਜਾਵੇਗਾ ਆਨੰਦ ਦਾ, ਤੇ ਤਾਂ ਹੀ ਜਿਹੜੀ ਆ ਆਨੰਦ ਸਾਹਿਬ ਦੀ ਬਾਣੀ ਆਰੰਭ ਕਰ ਲਈ ਜਾਵੇ। ਤੇ ਦੂਸਰੀ ਗੱਲ ਜੋ ਜਾਪ ਸਾਹਿਬ ਹੈ, ਜਾਪ ਸਾਹਿਬ ਦੇ ਕਾਫੀ ਪਾਠ ਭੇਦ ਹਨ। ਪਾਠ ਭੇਦ ਤੋਂ ਭਾਵ ਕਿ ਮਤਲਬ ਜਿਹੜੇ ਕਾਫੀ ਅੱਖਰ ਸ਼ਬਦ ਜਿਹੜੇ ਹਨ ਉਹ ਵੱਖ-ਵੱਖ ਗੁੜਕਿਆਂ ਦੇ ਵਿੱਚ, ਪੁਰਾਤਨ ਬੀੜਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਹਨ ਤੇ ਉਹਨਾਂ ਨੂੰ ਵਾਚਣ ਦਾ ਜਿਹੜਾ ਹੈ ਉਹਦਾ ਕਾਫੀ ਸਮਾਂ ਲੱਗਣਾ ਹੈ। ਤੇ ਇਸ ਕਰਕੇ ਦਾਸ ਜਿੰਨੇ ਦਿਨ ਆਪ ਜੀ ਨੂੰ ਰਾਮਕਲੀ ਦੇ ਆਨੰਦ ਸਾਹਿਬ ਦੀ ਸੰਥਿਆ ਕਰਵਾਏਗਾ, ਨਾਲ ਨਾਲ ਉਹ ਜਿਹੜੇ ਪਾਠ ਭੇਦ ਹਨ ਉਹ ਵਾਚ ਲਵੇਗਾ ਤੇ ਫਿਰ ਜਿਹੜਾ ਹੈ ਸੰਥਿਆ ਕਰਾਉਣੀ ਸੌਖੀ ਹੋ ਜਾਵੇਗੀ। ਕਿਉਂਕਿ ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਸੰਗਤ ਫਿਰ ਕਹਿ ਦਿੰਦੀ ਹੈ ਜੀ ਅਸੀਂ ਇਹ ਸ਼ਬਦ ਜਿਹੜਾ ਫਲਾਣੇ ਗੁਟਕੇ ਦੇ ਵਿੱਚ ਇਸ ਤਰ੍ਹਾਂ ਪੜ੍ਹਿਆ ਸੀ ਇੱਥੇ ਕਿਵੇਂ ਆ ਗਿਆ। ਤੋ ਇਸ ਕਰਕੇ ਸੌਖਾ ਹੋ ਜਾਵੇ ਤਾਂ ਮੈਂ ਸੋਚਿਆ ਕਿ ਕਿਉਂ ਨਾ ਪਹਿਲੋਂ ਆਨੰਦ ਸਾਹਿਬ ਦੀ ਸੰਥਿਆ ਕਰਵਾ ਕੇ ਨਾਲੇ ਉਨੀ ਦੇਰ ਮੈਂ ਚੰਗੀ ਤਰ੍ਹਾਂ ਜਾਪ ਸਾਹਿਬ ਨੂੰ ਵਾਚ ਲਵਾਂਗਾ, ਚੰਗੀ ਤਰ੍ਹਾਂ ਜਿਹੜੇ ਆ ਪਾਠਾਂ ਦੇ ਭੇਦ ਆ ਉਹ ਦੇਖ ਲਵਾਂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਜੋ ਹੈ ਜਾਪ ਸਾਹਿਬ ਦੀ ਆਰੰਭਤਾ ਕਰ ਦੇਵਾਂਗੇ। ਸੋ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ, ਆਨੰਦ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਆਪਾਂ ਅੱਜ ਆਨੰਦ ਸਾਹਿਬ ਦੀਆਂ 10 ਪੌੜੀਆਂ ਜਿਹੜੀ ਹਨ ਉਹਦੀ ਸੰਥਿਆ ਤੇ ਵਿਚਾਰ ਕਰਨੀ ਹੈ। ਪਹਿਲੀਆਂ 5 ਪੌੜੀਆਂ ਦੀ ਵਿਚਾਰ ਤੇ ਸੰਥਿਆ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਕਰ ਚੁੱਕੇ ਹਾਂ। ਸੋ ਇਹਨਾਂ ਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਨਹੀਂ, ਥੋੜਾ ਜਿਹਾ ਵਾਚ ਕੇ ਤੇ ਫਿਰ ਆਪਾਂ 6ਵੀਂ ਪੌੜੀ ਤੋਂ ਆਰੰਭਤਾ ਕਰਨੀ ਆ। ਸੋ ਆਪ ਜੀ ਨਾਲ ਜਿਸ ਦਿਨ ਆਪਾਂ ਆਨੰਦ ਸਾਹਿਬ ਵਾਹਿਗੁਰੂ ਰਹਿਰਾਸ ਸਾਹਿਬ ਦੀ ਸੰਥਿਆ ਕਰ ਰਹੇ ਸਾਂ, ਜਦੋਂ ਆਨੰਦ ਸਾਹਿਬ ਦੀ ਬਾਣੀ ਆਈ ਸੀ ਉਸ ਦਿਨ ਇਹ ਵਿਚਾਰ ਕੀਤੀ ਸੀ ਕਿ ਸਤਿਗੁਰਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਆਨੰਦ ਦੀ ਜਿਹੜੀ ਬਾਣੀ ਹੈ ਇਹ ਆਪਣੇ ਘਰ ਵਿਖੇ ਪੁੱਤਰ ਹੋਣ ਦਾ ਕਰਕੇ ਜਿਹੜਾ ਹੈ ਇਹ ਆਨੰਦ ਸਾਹਿਬ ਦੀ ਬਾਣੀ ਜੋ ਹੈ ਇਹ ਅੰਕਿਤ ਕੀਤੀ, ਭਾਵ ਗਾਇਨ ਕੀਤੀ, ਉਚਾਰਨ ਕੀਤੀ। ਸੋ ਸਤਿਗੁਰਾਂ ਨੇ ਇਹ ਜਿਹੜੀ ਪਾਵਨ ਬਾਣੀ ਆਪਣੇ ਘਰ ਵਿਖੇ ਆਪਣੇ ਬਾਬਾ ਮੋਰੀ ਜੀ ਦੇ ਘਰ ਜੋ ਪੁੱਤਰ ਹੋਇਆ ਸੀ ਆਪਣੇ ਪੋਤਰੇ ਦੇ ਜਨਮ ਦਿਨ ਦੇ ਉੱਤੇ ਜੋ ਹੈ ਇਹ ਬਾਣੀ ਉਚਾਰਨ ਕੀਤੀ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੁੰਦਾ ਹੈ ਸਾਧ ਸੰਗਤ ਕਿ ਸਤਿਗੁਰਾਂ ਦੇ ਕੋਲ ਇੱਕ ਜੋਗੀ ਆਇਆ ਤੇ ਉਸ ਜੋਗੀ ਨੇ ਆ ਕੇ ਕਿਹਾ ਕਿ ਸਤਿਗੁਰੂ ਮੈਂ ਬੜੇ ਹੀ ਤਪ ਬੜਾ ਕਠਿਨ ਘਾਲਣਾ ਘਾਲੀਆਂ ਪਰ ਮੈਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜੋ ਆਨੰਦ ਨੂੰ ਮੇਰਾ ਦਿਲ ਮੰਨਦਾ ਹੈ ਨਾ ਕਿ ਜੋ ਆਨੰਦ ਪਰਮ ਆਨੰਦ ਹੈ ਉਹਦੀ ਪ੍ਰਾਪਤੀ ਨਹੀਂ ਹੋਈ ਤੇ ਕਿਰਪਾ ਕਰੋ ਮੈਨੂੰ ਆਨੰਦ ਪ੍ਰਾਪਤ ਹੋ ਜਾਵੇ, ਐਸੀ ਮੇਰੇ ਉੱਤੇ ਕਿਰਪਾ ਕਰੋ। ਗੋਇੰਦਵਾਲ ਸਾਹਿਬ ਵਿਖੇ ਵਾਹਿਗੁਰੂ ਬੇਨਤੀ ਹੈ ਕਿ ਸਕਰੀਨ ਉੱਤੇ ਨਾ ਲਿਖੋ। ਤੇ ਉਹ ਜਦੋਂ ਜੋਗੀ ਦੇ ਬੇਨਤੀ ਕਰਨ ਤੇ ਸਤਿਗੁਰਾਂ ਦੇ ਹਜ਼ੂਰ ਫਿਰ ਸਤਿਗੁਰਾਂ ਨੇ ਕਿਹਾ ਕਿ ਭਾਈ ਤੈਨੂੰ ਸਿੱਖੀ ਦੀ ਪ੍ਰਾਪਤੀ ਹੋ ਜਾਏਗੀ ਪਰ ਤੇਰਾ ਕੋਈ ਪ੍ਰਾਲਬਧ ਕਰਮ ਪਿਆ ਹੈ ਐਸਾ ਜਿਹਦਾ ਕਰਕੇ ਵਾਹਿਗੁਰੂ ਜੀ ਬੇਨਤੀ ਹੈ ਸਕਰੀਨ ਉੱਤੇ ਨਾ ਲਿਖੋ। ਸਤਿਗੁਰਾਂ ਦੇ ਹਜ਼ੂਰ ਉਹਨੇ ਜਦੋਂ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਕਿਹਾ ਠੀਕ ਹੈ ਭਾਈ ਤੈਨੂੰ ਸਿੱਖੀ ਦੀ ਦਾਤ ਦੇ ਦੇਵਾਂਗੇ ਪਰ ਆਨੰਦ ਦੀ ਪ੍ਰਾਪਤੀ ਨਹੀਂ ਤੈਨੂੰ ਹੋਣੀ। ਆਨੰਦ ਦੀ ਪ੍ਰਾਪਤੀ ਜਿਹੜੀ ਹੈ ਕਿ ਤੇਰਾ ਕੋਈ ਪ੍ਰਾਲਬਧ ਕਰਮ ਪਿਆ ਹੈ, ਕੋਈ ਪੂਰਬਲੇ ਜਨਮ ਦਾ ਕਰਮ ਪਿਆ ਹੈ ਜਿਹਦਾ ਕਰਕੇ ਤੈਨੂੰ ਆਨੰਦ ਨਹੀਂ ਮਿਲ ਸਕਦਾ। ਹਾਂ ਤੈਨੂੰ ਅਗਲਾ ਜਨਮ ਜਿਹੜਾ ਹੈ ਉਹ ਪ੍ਰਾਪਤ ਹੋਏਗਾ, ਉਹਦੇ ਵਿੱਚ ਤੂੰ ਆਨੰਦ ਪ੍ਰਾਪਤ ਕਰੇਗਾ।
ਫਿਰ ਉਹਨੇ ਜੋਗੀ ਨੇ ਕਿਹਾ, ਸਤਿਗੁਰੂ ਜੇ ਉਹ ਅਗਲਾ ਜਨਮ ਮੇਰਾ ਕਿਤੇ ਹੋਰ ਹੀ ਹੋ ਗਿਆ ਤੇ ਮੈਂ ਕੀ ਕਰਾਂਗਾ? ਫਿਰ ਮੈਂ ਕਿੱਥੇ ਜਾਵਾਂਗਾ? ਜੇ ਉਹ ਕਿਸੇ ਸਿੱਖ ਦੇ ਘਰ ਨਾ ਹੋਇਆ ਤੇ ਫਿਰ ਮੈਂ ਤੇ ਫਿਰ ਆਨੰਦ ਦੀ ਪ੍ਰਾਪਤੀ ਤੋਂ ਫਿਰ ਦੂਰ ਰਹਿ ਗਿਆ। ਤੇ ਫਿਰ ਸਤਿਗੁਰਾਂ ਨੇ ਕਿਹਾ, ਨਹੀਂ ਇੰਜ ਨਹੀਂ ਹੋਵੇਗਾ, ਤੇਰਾ ਅਗਲਾ ਜਨਮ ਸਾਡੇ ਪਰਿਵਾਰ ਦੇ ਵਿੱਚ ਹੀ ਹੋਏਗਾ। ਤੇ ਜੋ ਗੁਰਪ੍ਰਤਾਪ ਸੂਰਜ ਦੇ ਬਚਨ ਹਨ ਕਿ ਇਸ ਤਰ੍ਹਾਂ ਫਿਰ ਜਿਹੜਾ ਹੈ ਉਸ ਜੋਗੀ ਦਾ ਜਿਹੜਾ ਜਨਮ ਹੈ ਉਹ ਫਿਰ ਸਤਿਗੁਰਾਂ ਦੇ ਪੁੱਤਰ ਬਾਬਾ ਮੋਹਰੀ ਜੀ ਦੇ ਘਰ ਹੋਇਆ, ਜਿਹਦਾ ਨਾਮ ਜਦੋਂ ਆ ਕੇ ਸਤਿਗੁਰਾਂ ਦੇ ਹਜ਼ੂਰੀਏ ਸਿੱਖ ਨੇ ਦੱਸਿਆ ਕਿ ਬਾਬਾ ਮੋਹਰੀ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ, ਫਿਰ ਸਤਿਗੁਰਾਂ ਨੇ ਉਸ ਬੱਚੇ ਨੂੰ ਜਿਹੜਾ ਹੈ ਆਪਣੀ ਗੋਦੀ ਦੇ ਵਿੱਚ ਚੁੱਕ ਕੇ ਤੇ ਨਾਲੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਵਾਈ ਤੇ ਨਾਲ ਆਨੰਦ ਸਾਹਿਬ ਦਾ ਜਿਹੜਾ ਜਾਪ ਦਾ ਭਾਵ ਆਨੰਦ ਸਾਹਿਬ ਉਚਾਰਨ ਕੀਤਾ। ਸੋ ਇਹ ਪਾਵਨ ਬਾਣੀ ਤੀਸਰੇ ਪਾਤਸ਼ਾਹ ਜੀ ਦੀ ਹੈ। ਰਾਮਕਲੀ ਮਹੱਲਾ ਤੀਜਾ। ਇਹ ਸਾਰੀ ਬਾਣੀ ਜਿਹੜੀ ਹੈ ਇਹ ਦੱਸਦੀ ਹੈ ਕਿ ਕਿਵੇਂ ਮਨੁੱਖ ਆਨੰਦ ਪ੍ਰਾਪਤ ਕਰ ਸਕਦਾ ਹੈ, ਉਹਦੇ ਜੀਵਨ ਵਿੱਚ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਕਿ ਉਹ ਆਨੰਦ ਦੀ ਪ੍ਰਾਪਤੀ ਕਰ ਸਕੇ। ਕਿਉਂਕਿ ਹਰ ਮਨੁੱਖ ਕਹਿੰਦਾ ਹੈ ਕਿ ਮੈਨੂੰ ਆਨੰਦ ਮਿਲੇ, ਹਰ ਕੋਈ ਚਾਹੁੰਦਾ ਹੈ, ਹਰ ਕੋਈ ਮਨੁੱਖ ਵਿਸ਼ੇਸ਼ ਇਹੋ ਗੱਲ ਚਾਹੁੰਦਾ ਹੈ ਕਿ ਮੈਨੂੰ ਜੀਵਨ ਦੇ ਜਿੰਨੇ ਵੀ ਦੁੱਖ ਹਨ ਉਹਨਾਂ ਦੁੱਖਾਂ ਦਾ ਨਾਸ਼ ਹੋਵੇ ਤੇ ਮੈਨੂੰ ਆਨੰਦ ਪ੍ਰਾਪਤ ਹੋਵੇ, ਮੈਂ ਕਦੀ ਦੁਖੀ ਨਾ ਹੋਵਾਂ। ਮੈਨੂੰ ਐਸਾ, ਕਿਉਂਕਿ ਹਰ ਕੋਈ ਇਹੋ ਚਾਹੁੰਦਾ ਹੈ ਨਾ ਕਿ ਮੈਂ ਕਦੀ ਦੁਖੀ ਨਾ ਹੋਵਾਂ। ਤੇ ਸਤਿਗੁਰੂ ਕਹਿੰਦੇ ਆ ਕਿ ਆਨੰਦ ਦੀ ਪ੍ਰਾਪਤੀ ਦਾ ਸਾਧਨ ਜਿਹੜਾ ਹੈ ਸਤਿਗੁਰਾਂ ਨੇ ਇਸ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਕਰ ਦਿੱਤਾ ਕਿ ਭਾਈ ਜੇ ਤੂੰ ਆਨੰਦ ਪ੍ਰਾਪਤ ਕਰਨਾ ਹੈ ਨਾ, ਜੇ ਤੂੰ ਆਨੰਦ ਲੈਣਾ ਹੈ ਤੇ ਜਿਹੜਾ ਰਸਤਾ ਮੈਂ ਤੈਨੂੰ ਇਸ ਆਨੰਦ ਬਾਣੀ ਦੇ ਵਿੱਚ ਦੱਸਣ ਲੱਗਾ, ਜੇ ਇਸ ਰਸਤੇ ਤੇ ਚੱਲ ਪਵੇਂ ਤੇ ਤੇਰੇ ਮਨੋਰਥ ਪੂਰੇ ਹੋ ਸਕਦੇ ਆ, ਤੈਨੂੰ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ। ਰਾਮਕਲੀ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਰਾਮਕਲੀ ਰਾਗ ਦੇ ਵਿੱਚ ਇਹ 917 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਾਣੀ ਦਰਜ ਹੈ। 917 ਨੰਬਰ ਅੰਗ ਦੇ ਉੱਪਰ ਰਾਮਕਲੀ ਮਹੱਲਾ ਤੀਜਾ। ਆਨੰਦ। ਆਨੰਦ ਬਾਣੀ ਦਾ ਸਿਰਲੇਖ ਹੈ। ਜਿਵੇਂ ਗੌੜੀ ਸੁਖਮਨੀ ਬਾਣੀ ਦਾ ਸਿਰਲੇਖ ਹੈ, ਇਸੇ ਤਰ੍ਹਾਂ ਇੱਥੇ ਆਨੰਦ ਜਿਹੜਾ ਹੈ ਬਾਣੀ ਦਾ ਸਿਰਲੇਖ ਦਿੱਤਾ ਹੈ। ਜਿਵੇਂ 12 ਮਹਾ ਬਾਣੀ ਦਾ ਸਿਰਲੇਖ ਹੈ, ਇਸੇ ਤਰ੍ਹਾਂ ਇਸ ਸ਼ਬਦ ਨੂੰ ਸਿਰਲੇਖ ਕਿਹਾ ਜਾਂਦਾ ਹੈ। ਵਿਸ਼ੇਸ਼ ਸਿਰਲੇਖ ਦਿੱਤੇ ਹੋਏ ਆ ਕਈਆਂ ਬਾਣੀਆਂ ਦੇ ਉੱਤੇ। ਸੋ ਉਸੇ ਤਰ੍ਹਾਂ ਇਹ ਰਾਮਕਲੀ ਮਹੱਲਾ ਤੀਜਾ ਆਨੰਦ ਜਿਹੜੀ ਹੈ ਇਹ ਸਿਰਲੇਖ ਹੈ, ਆਨੰਦ ਬਾਣੀ ਦਾ ਨਾਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਅਦੁੱਤੀ ਅਕਾਲ ਪੁਰਖ ਪਰਮਾਤਮਾ ਜਿਸ ਦੀ ਪ੍ਰਾਪਤੀ ਸਤਿਗੁਰਾਂ ਦੇ ਦੁਆਰਾ ਹੁੰਦੀ ਹੈ। ਜਿਹੜਾ ਸਤਿਗੁਰੂ ਨੂੰ ਪਰਸਦਾ ਹੈ, ਜਿਹੜਾ ਸਤਿਗੁਰੂ ਨੂੰ ਮਨ ਚ ਧਿਆਉਂਦਾ ਹੈ, ਉਸ ਮਨੁੱਖ ਦੇ ਕਾਰਜ ਪੂਰੇ ਹੁੰਦੇ ਆ। ਉਹਨੂੰ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਜੋ ਹੈ ਉਹ ਹੁੰਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ। ਆਪਾਂ ਪਹਿਲੀਆਂ 5 ਪੌੜੀਆਂ ਦੀ ਵਿਚਾਰ ਡੂੰਘੀ ਨਹੀਂ ਕਰਨੀ, ਕਿਉਂਕਿ ਆਪਾਂ ਕਰ ਚੁੱਕੇ ਹਾਂ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਵੀ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਕਦੋਂ ਪ੍ਰਾਪਤ ਹੋਇਆ, ਕਦੋਂ ਮਿਲਿਆ? ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ, ਜਦੋਂ ਸਤਿਗੁਰੂ ਪਾਇਆ ਫਿਰ ਆਨੰਦ ਮਿਲਦਾ। ਹੋਰ ਰਸਤਾ ਨਹੀਂ ਹੈ ਆਨੰਦ ਦੀ ਪ੍ਰਾਪਤੀ ਦਾ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਸਤਿਗੁਰੂ ਦੀ ਪ੍ਰਾਪਤੀ ਹੋਈ, ਫਿਰ ਸਹਿਜ ਹੀ ਆਨੰਦ ਆ ਗਿਆ ਤੇ ਫਿਰ ਮਨ ਦੇ ਵਿੱਚ ਮਨ ਵਜੀਆਂ ਵਾਧਾਈਆਂ, ਫਿਰ ਵਧਾਈਆਂ ਭਾਵ ਫਿਰ ਆਨੰਦ ਜਿਹੜਾ ਹੈ ਮਨ ਦੇ ਵਿੱਚ ਜਿਹੜੇ ਸ਼ਹਿਨਾਈਆਂ ਉਹ ਵੱਜਣੀਆਂ ਸ਼ੁਰੂ ਹੋ ਗਈਆਂ ਜਦੋਂ ਆਨੰਦ ਦੀ ਪ੍ਰਾਪਤੀ ਹੋਈ, ਜਦੋਂ ਗੁਰੂ ਦੀ ਪ੍ਰਾਪਤੀ ਹੋਈ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਰਾਗ ਆਪਣੀਆਂ ਰਾਗਣੀਆਂ ਦੇ ਸਮੇਤ ਹਿਰਦੇ ਘਰ ਦੇ ਵਿੱਚ ਮਨ ਦੇ ਵਿੱਚ ਸੋਹਣੇ ਰਾਗ ਲਾਪਣ ਲੱਗ ਗਏ ਜਦੋਂ ਗੁਰੂ ਦੀ ਪ੍ਰਾਪਤੀ ਹੋਈ, ਜਦੋਂ ਆਨੰਦ ਦੀ ਪ੍ਰਾਪਤੀ ਹੋਈ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਗਾਉਣ ਲੱਗ ਗਈਆਂ ਪਰੀਆਂ ਹਿਰਦੇ ਦੇ ਵਿੱਚ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਸਤਿਗੁਰੂ ਕਹਿੰਦੇ ਕਿ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ, ਸਿੱਖੋ, ਜਿਹੜਾ ਉਹਨੂੰ ਮਨ ਵਿੱਚ ਵਸਾਉਣਾ ਕਰੋ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਉਸ ਹਰੀ ਦਾ ਸ਼ਬਦ ਗਾਉਣਾ ਕਰੋ, ਉਸ ਹਰੀ ਦੇ ਸ਼ਬਦ ਜਿਹੜੇ ਆ ਹਿਰਦੇ 'ਚ ਵਸਾਓ, ਉਹਦੀ ਉਸਤਤ ਕਰੋ। ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਉਹਨੂੰ ਮਨ 'ਚ ਵਸਾਇਆ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਹਰੀ ਦੇ ਨਾਮ ਰੂਪੀ ਸ਼ਬਦ ਜਿਹੜੇ ਵੱਜਣ ਲੱਗ ਪਏ, ਜਿਨ੍ਹਾਂ ਨੇ ਹਰੀ ਨੂੰ ਹਿਰਦੇ 'ਚ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸਤਿਗੁਰੂ ਕਹਿੰਦੇ ਆ ਆਨੰਦ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਸਤਿਗੁਰੂ ਮਿਲਦਾ ਹੈ। ਜਦੋਂ ਮੈਂ ਸਤਿਗੁਰੂ ਨੂੰ ਪਾਲਿਆ ਫਿਰ ਹਿਰਦਾ ਜਿਹੜਾ ਆਨੰਦ ਦੇ ਵਿੱਚ ਖੇਡਣ ਲੱਗ ਗਿਆ, ਫਿਰ ਹਿਰਦੇ 'ਚ ਆਨੰਦ ਜਿਹੜਾ ਵਸ ਗਿਆ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ।
पहली पौड़ी। वाहिगुरू। ए मन मेरिया तू सदा रहो हर नाले। ਇਹ ਮੇਰੇ ਮਨਾ ਤੂੰ ਸਦਾ ਹੀ ਉਸ ਪ੍ਰਭੂ ਦੇ ਨਾਲ, ਉਸ ਅਕਾਲ ਦੇ ਨਾਲ ਜੁੜਿਆ ਰਹਿ, ਜਿਹਨੇ ਤੇਰੇ ਹਿਰਦੇ 'ਚ ਜਿਹੜਾ ਮਨ ਦੇ ਵਿੱਚ ਆਨੰਦ ਵਸਾਇਆ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਹਰੀ ਦੇ ਨਾਲ ਰਹਿ ਤੂੰ ਮੇਰਿਆ ਮਨਾ, ਦੁੱਖ ਸਭ ਵਿਸਾਰਨਾ। ਜਿਹਨੇ ਸਾਰੇ ਤਰ੍ਹਾਂ ਦੇ ਦੁੱਖ ਖਤਮ ਕਰਕੇ ਤੈਨੂੰ ਆਨੰਦ ਦਿੱਤਾ ਹੈ, ਉਸ ਹਰੀ ਦੇ ਨਾਲ ਸਦਾ ਹੀ ਜੁੜਿਆ ਰਹਿ। ਅੰਗੀਕਾਰ ਉਹ ਕਰੇ ਤੇਰਾ, ਉਹ ਸਦਾ ਹੀ ਤੇਰੀ रक्षा करेगा, तेरा अंगीकार बन के रहेगा, तेरा अंग रक्षक बन के रहेगा। अंगीकार वो करे तेरा, जेड़ा सदा ही तेरे अंग संग है, तेरी सहायता करता है। कारज सब सवारना, जेड़ा सारे ही तेरे कारज सवारदा है, उस प्रभु नूं अपने मन दे विच ध्या, ओनू जेड़ा है कदी ना विसार। अंगीकार ओह करे तेरा, कारज सब सवारना, सबना गल्लां समरथ स्वामी। वो जेड़ा परमात्मा है वो ਕਰਨ ਕਾਰਨ ਸਮਰੱਥ ਹੈ, ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਕਰਨ ਜੋਗਾ ਹੈ। ਉਹ ਕਿਸੇ ਤਰ੍ਹਾਂ ਦੀ ਕੋਈ ਵੀ ਉਹਦੇ ਵਿੱਚ ਹੀਣਤਾ ਨਹੀਂ ਹੈ। ਉਹ ਹਰ ਜਿਹੜੀ ਗੱਲ ਹੈ, ਹਰ ਸਮਰੱਥਾ ਹੈ ਉਹਦੇ ਵਿੱਚ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। ਉਹਨੂੰ ਕਿਉਂ ਆਪਣੇ ਮਨ ਦੇ ਵਿੱਚੋਂ ਵਿਸਾਰਦਾ ਹੈ, ਕਿਉਂ ਉਹਨੂੰ ਆਪਣੇ ਮਨ ਦੇ ਵਿੱਚੋਂ ਕੱਢਦਾ। ਇਹਨੂੰ ਨਾ ਕੱਢ, ਉਹਨੂੰ ਸਦਾ ਹੀ ਮਨ 'ਚ ਵਸਾ ਕੇ ਰੱਖ। ਕਹੈ ਨਾਨਕ ਮਨ ਮੇਰੇ, ਸਤਿਗੁਰੂ ਇੱਥੇ ਦ੍ਰਿੜਤਾ ਦੇ ਨਾਲ, ਪੱਕਤਾ ਦੇ ਨਾਲ ਕਹਿੰਦੇ ਆ, ਮਨ ਦੇ ਉੱਤੇ ਟਿੱਪੀ ਲਾ ਕੇ। ਜਿਵੇਂ ਆਪਾਂ ਕਹਿੰਦੇ ਨਾ ਗੱਲ ਮੰਨ ਲਾ ਤੂੰ, ਸਤਿਗੁਰੂ ਕਹਿੰਦੇ ਕਹੈ ਨਾਨਕ ਮਨ ਮੇਰੇ, ਇਹ ਮੇਰਿਆ ਮਨਾ ਸੁਣ, ਮੰਨ ਲਾ ਇਸ ਗੱਲ ਨੂੰ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਉਸ ਹਰੀ ਦੇ ਨਾਲ ਸਦਾ ਜੁੜਿਆ ਰਹਿ, ਉਸ ਅਕਾਲ ਦੇ ਨਾਲ ਸਦਾ ਜੁੜਿਆ ਰਹਿ, ਕਿਸੇ ਹੋਰ ਪਾਸੇ ਨਾ ਭੱਜ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਹੇ ਵਾਹਿਗੁਰੂ ਜੀ, ਤੇਰੇ ਘਰ ਵਿੱਚ ਕੀ ਨਹੀਂ ਹੈ। ਤੁਸੀਂ ਤੇ ਆਨੰਦ ਦੇ ਦਾਤੇ ਹੋ, ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਤੇਰੇ ਘਰ ਵਿੱਚ ਕੀ ਨਹੀਂ ਹੈਗਾ। ਤੇਰਾ ਤੇ ਭੰਡਾਰ ਤੇਰੇ ਭਰੇ ਪਏ ਆ। ਤੇ ਸਤਿਗੁਰੂ ਕਹਿੰਦੇ, ਜਿਵੇਂ ਆਪਾਂ ਕਹਿ ਦਿੰਦੇ ਨਾ ਕਿਸੇ ਨੂੰ, ਕੀ ਨਹੀਂ ਹੈਗਾ ਭਾਈ ਤੇਰੇ ਘਰ, ਤੂੰ ਤੇ ਬੜਾ ਅਮੀਰ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਹੇ ਸੱਚੇ ਸਾਹਿਬ ਜੀ, ਹੇ ਅਕਾਲ ਪੁਰਖ ਜੀ, ਤੇਰੇ ਘਰ ਕੀ ਨਹੀਂ ਹੈਗਾ। ਤੂੰ ਤੇ ਸਦਾ ਹੀ ਤੇਰੇ ਭੰਡਾਰੇ ਭਰੇ ਪਏ ਆ। ਘਰ ਤਾਂ ਤੇਰਾ ਸਭ ਕੁਛ ਹੈ, ਤੇਰੇ ਘਰ ਦੇ ਵਿੱਚ ਤਾਂ ਸਾਰਾ ਕੁਛ ਹੈ, ਸਾਰੀਆਂ ਦਾਤਾਂ ਹਨ ਜਿਹੜੀਆਂ ਤੂੰ ਜੀਵਾਂ ਨੂੰ ਦੇਣਾ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਜਿਹਨੂੰ ਤੂੰ ਦੇਣਾ ਹੈ ਪ੍ਰਾਪਤ ਉਹੀ ਕਰਦਾ ਹੈ, ਜਿਹਦੇ ਤੇ ਤੂੰ ਬਖਸ਼ਿਸ਼ ਕਰਦਾ ਹੈ ਉਹੀ ਇਹਨਾਂ ਦਾਤਾਂ ਨੂੰ ਮਾਣਦਾ ਹੈ, ਉਹੀ ਪ੍ਰਾਪਤ ਕਰਦਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਭ ਤੋਂ ਵੱਡੀ ਤੇਰੀ ਦਾਤ ਕਿਹੜੀ ਹੈ? ਨਾਮ ਦੀ। ਤੇ ਸਿਫਤ ਸਲਾਹ ਕਰਨ ਵਾਲਿਆਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਉਹਨਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਹੈ ਜਿਹੜੇ ਤੇਰੀ ਸਿਫਤ ਸਲਾਹ ਕਰਦੇ ਆ। ਸਭ ਤੋਂ ਵੱਡੀ ਦਾਤ ਜਿਹੜੀ ਹੈ ਤੇਰੇ ਘਰ ਦੀ, ਉਹ ਨਾਮ ਹੈ। ਤੇ ਇਹ ਨਾਮ ਪ੍ਰਾਪਤ ਉਹਨਾਂ ਨੂੰ ਹੁੰਦਾ ਜਿਹੜਾ ਸਦਾ ਸਿਫਤ ਸਲਾਹ ਤੇਰੀ, ਜਿਹੜਾ ਤੇਰੀ ਸਿਫਤ ਸਲਾਹ ਕਰਦੇ ਆ। ਨਾਮ ਜਿਨ ਕੈ ਮਨ ਵਸਿਆ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ, ਵਾਜੇ ਸ਼ਬਦ ਕਨੇਰੇ। ਫਿਰ ਉਹਨਾਂ ਦੇ ਹਿਰਦੇ 'ਚ ਕਨੇਰੇ ਬਹੁਤ ਜ਼ਿਆਦਾ ਜਿਹੜੇ ਸ਼ਬਦ ਵੱਜਣ ਲੱਗ ਪਏ। ਵਾਹਿਗੁਰੂ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਬੇਅੰਤ ਹੀ ਸ਼ਬਦ, ਬੇਅੰਤ ਹੀ ਆਵਾਜ਼ਾਂ ਉਹਨਾਂ ਦੇ ਹਿਰਦੇ 'ਚ ਆਉਣ ਲੱਗ ਪਈਆਂ, ਨਾਮ ਦੀਆਂ, ਸਿਮਰਨ ਦੀਆਂ। ਉਹਨਾਂ ਦੇ ਰੋਮ ਰੋਮ 'ਚੋਂ ਆਵਾਜ਼ ਆਉਣ ਲੱਗ ਪਈ ਜਿਨ੍ਹਾਂ ਨੇ ਨਾਮ ਜਪਿਆ। ਨਾਮ ਜਿਨ ਕੇ ਮਨ ਵਸਿਆ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ, ਵਾਜੇ ਸ਼ਬਦ ਕਨੇਰੇ। ਉਹਨਾਂ ਦਾ ਰੋਮ ਰੋਮ ਜਿਹੜਾ ਉਹ ਸ਼ਬਦ ਵਾਂਗੂ ਜਿਹੜਾ ਖਿੜ ਗਿਆ। ਉਹਨਾਂ ਦੇ ਰੋਮ ਰੋਮ 'ਚੋਂ ਵਾਹਿਗੁਰੂ ਦੀ ਧੁਨੀ ਉੱਠਣ ਲੱਗ ਪਈ ਜਿਨ੍ਹਾਂ ਨੇ ਨਾਮ ਜਪਿਆ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਹੇ ਸੱਚੇ ਸਾਹਿਬ, ਤੇਰੇ ਘਰ ਵਿੱਚ ਕੀ ਨਹੀਂ ਹੈਗਾ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਤੇਰੇ ਘਰ ਦੇ ਵਿੱਚ ਕੀ ਨਹੀਂ ਹੈਗਾ, ਭਾਵ ਤੇਰੇ ਘਰ ਦੇ ਵਿੱਚ ਹਰ ਉਹ ਸ਼ੈ ਹੈ ਜਿਹੜੀ ਤੂੰ ਜੀਵਾਂ ਨੂੰ ਦੇਣਾ ਹੈ। ਸਭ ਤੋਂ ਵੱਡੀ ਦਾਤ ਜਿਹੜੀ ਨਾਮ ਦੀ ਹੈ ਤੇਰੇ ਇਸ ਭੰਡਾਰੇ ਦੇ ਵਿੱਚ, ਜੋ ਤੂੰ ਗੁਰਮੁਖਾਂ ਨੂੰ ਦਿੰਦਾ ਹੈ ਜਿਹੜੇ ਤੇਰੀ ਸਿਫਤ ਸਲਾਹ ਕਰਦੇ ਹਨ। ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ। ਸਾਚਾ ਨਾਮ ਮੇਰਾ ਆਧਾਰੋ। ਸਤਿਗੁਰੂ ਜੀ ਆਪ ਜੀ ਦਾ ਜਿਹੜਾ ਸੱਚਾ ਨਾਮ ਹੈ ਉਹ ਮੇਰਾ ਆਧਾਰ ਹੈ, ਮੇਰਾ ਆਸਰਾ ਹੈ। ਸਾਚ ਨਾਮ ਆਧਾਰ ਮੇਰਾ, ਪਹਿਲਾ ਆਧਾਰੋ ਹੈ, ਇੱਥੇ ਆਧਾਰ ਹੈ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਸ ਆਸਰੇ ਨੇ
ਜਿਸ ਭੋਜਨ ਨੇ, ਆਧਾਰ ਦਾ ਅਰਥ ਭੋਜਨ ਵੀ ਹੁੰਦਾ, ਜਿਸ ਭੋਜਨ ਨੇ, ਜਿਸ ਆਸਰੇ ਨੇ ਮੇਰੀਆਂ ਸਾਰੀਆਂ ਭੁੱਖਾਂ ਖਤਮ ਕਰ ਦਿੱਤੀਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਸੰਸਾਰ ਦੀਆਂ ਭੁੱਖਾਂ ਖਤਮ ਹੋ ਗਈਆਂ ਜਦੋਂ ਤੇਰਾ ਨਾਮ ਜਿਹੜਾ ਮਿਲਿਆ। ਸਾਰੇ ਲਾਲਚ ਖਤਮ ਹੋ ਗਏ, ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਮਨ ਸ਼ਾਂਤ ਹੋ ਗਿਆ ਤੇ ਮਨ ਦੇ ਵਿੱਚ ਸੁੱਖ ਆਣ ਕੇ ਵਸ ਗਏ। ਜਿਨ ਇੱਛਾ ਸਭ ਪੁਜਾਈਆਂ। ਇਸ ਨਾਮ ਨੇ ਮੇਰੀਆਂ ਸਾਰੀਆਂ ਇੱਛਾ, ਜਿਹੜੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਤੀਆਂ। ਜਦੋਂ ਮਨ ਸ਼ਾਂਤ ਹੋ ਗਿਆ ਫਿਰ ਕਿਸੇ ਤਰ੍ਹਾਂ ਦੀ ਕਾਮਨਾ ਫੁਰਦੀ ਨਹੀਂ। ਇਸ ਕਰਕੇ ਸਤਿਗੁਰ ਕਹਿੰਦੇ ਆ, ਜਿਨ ਇੱਛਾ ਸਭ ਪੁਜਾਈਆਂ। ਸਾਰਿਆਂ ਤਰ੍ਹਾਂ ਦੀਆਂ ਇੱਛਾ ਮੇਰੀਆਂ ਪੂਰੀਆਂ ਹੋ ਗਈਆਂ ਜਦੋਂ ਮਨ ਦੇ ਵਿੱਚ ਨਾਮ ਜਿਹੜਾ ਵਸ ਗਿਆ, ਜਦੋਂ ਨਾਮ ਦਾ ਆਸਰਾ ਧਾਰਨ ਕਰ ਲਿਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਸਤਿਗੁਰੂ ਕਹਿੰਦੇ ਆ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਮੈਂ ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕੁਰਬਾਨ ਜਾਣਾ ਹਾਂ ਗੁਰੂ ਤੋਂ, ਜਿਸ ਦੀਆਂ ਇਹ ਵਡਿਆਈਆਂ। ਇਹ ਜਿਹੜਾ ਮਨ ਦੀ ਸ਼ਾਂਤੀ, ਨਾਮ ਦੀ ਦਾਤ ਕਿੱਥੋਂ ਪ੍ਰਾਪਤ ਹੁੰਦੀ? ਗੁਰੂ ਤੋਂ। ਇਸ ਕਰਕੇ ਮੈਂ ਗੁਰੂ ਤੋਂ ਬਲਿਹਾਰਨੇ ਜਾਣਾ ਹੈ, ਜਿਸ ਦੀਆਂ ਇਹ ਵਡਿਆਈਆਂ, ਜਿਹਦੀਆਂ ਇਹ ਬਰਕਤਾਂ ਹਨ ਕਿ ਉਹਨੇ ਨਾਮ ਦੀ ਬਖਸ਼ਿਸ਼ ਕੀਤੀ, ਮਨ ਦੀਆਂ ਇਛਾਵਾਂ ਖਤਮ ਕੀਤੀਆਂ। ਇਸ ਕਰਕੇ ਆਪਣੇ ਗੁਰੂ ਤੋਂ ਮੈਂ ਬਲਿਹਾਰਨੇ ਜਾਣਾ, ਜਿਸ ਦੀਆਂ ਇਹ ਵਡਿਆਈਆਂ, ਜਿਹਦੀਆਂ ਇਹ ਬਰਕਤਾਂ ਹਨ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਤਿਗੁਰੂ ਕਹਿੰਦੇ ਆ, ਹੇ ਸੰਤੋ, ਹੇ ਪਿਆਰਿਓ, ਹੇ ਗੁਰਸਿੱਖੋ, ਸ਼ਬਦ ਜਿਹੜਾ ਹੈ ਨਾ ਉਹ ਮਨ ਚ ਧਾਰੋ। ਕਹਿ ਨਾਨਕ ਸੁਣੋ ਸੰਤੋ, ਹੇ ਸੰਤੋ, ਸ਼ਬਦ ਨੂੰ ਆਪਣੇ ਮਨ ਚ ਧਾਰਨ ਕਰੋ, ਭਾਵ ਗੁਰਬਾਣੀ ਨਾਲ ਜੁੜੋ, ਸਿਮਰਨ ਕਰੋ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸ਼ਬਦ ਦੇ ਨਾਲ ਪਿਆਰ ਪਾਓ। ਕਹਿ ਸਾਚ ਨਾ ਵਾਹਿਗੁਰੂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਮੇਰੀ ਜ਼ਿੰਦਗੀ ਦਾ ਆਸਰਾ ਨਾਮ ਹੋਣਾ ਚਾਹੀਦਾ ਹੈ। ਜਦੋਂ ਨਾਮ ਨਾਲ ਜੁੜ ਗਏ, ਫਿਰ ਜਦੋਂ ਸ਼ਬਦ ਨਾਲ ਜੁੜ ਗਏ, ਸ਼ਬਦ ਨਾਲ ਪਿਆਰ ਪਾਇਆ, ਫਿਰ ਮਨ ਵੀ ਸ਼ਾਂਤ ਹੋ ਜਾਂਦਾ ਹੈ ਤੇ ਨਾਮ ਵੀ ਹਿਰਦੇ ਚ ਵਸ ਜਾਂਦਾ ਹੈ। ਇਸ ਕਰਕੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਜਿਹੜਾ ਹੈ ਉਹ ਬਣਾ ਲਿਆ ਜਾਵੇ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਕਰਨੀ ਘਰ ਸੁਭਾਗੇ, ਘੱਗਾ ਸ਼ਬਦ ਹੈ। ਵਾਹਿਗੁਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਕਰ ਨਹੀਂ ਪੜਨਾ, ਇਹਨੂੰ ਘਰ ਪੜਨਾ। ਘਰ, ਘਰ ਕੱਕੇ ਨਾਲ ਨਹੀਂ ਪੜਨਾ, ਘੱਗੇ ਨਾਲ ਪੜਨਾ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਉਸ ਸੁਭਾਗੇ ਘਰ ਦੇ ਵਿੱਚ, ਭਾਗਾਂ ਵਾਲੇ ਘਰ ਦੇ ਵਿੱਚ ਪੰਜ ਸ਼ਬਦ, ਵਾਜੇ ਪੰਚ ਸ਼ਬਦ ਭਾਵ ਅਨੇਕਾਂ ਤਰ੍ਹਾਂ ਦੇ ਜਿਹੜੇ ਨਾਦ ਉਸ ਹਿਰਦੇ ਚ ਵੱਜਦੇ ਆ, ਜਿਹੜਾ ਨਾਮ ਸਿਮਰਨ ਕਰਦਾ। ਵਾਜੇ ਪੰਚ ਸ਼ਬਦ, ਜਿਹੜੇ ਪੰਚ ਦਾ ਅਰਥ ਜਿਹੜੇ ਆ ਸ਼ੁੱਧ ਸ਼ਬਦ, ਉਹਦੇ ਹਿਰਦੇ ਦੇ ਵਿੱਚ ਵੱਜਦੇ ਹਨ। ਜਿਹੜਾ ਉਹ ਘਰ ਹਿਰਦਾ ਜਿਹੜਾ ਸੁਭਾਗਾ ਹੈ, ਜਿਹਦੇ ਅੰਦਰ ਇਹ ਪੰਜ ਸ਼ਬਦ ਜਿਹੜੇ ਵੱਜਦੇ ਆ, ਜਿਨ੍ਹਾਂ ਦੇ ਅੰਦਰ ਸਾਜ਼ਾਂ ਦੀ ਆਵਾਜ਼ ਜਿਹੜੀ ਉਹ ਵੱਜਦੀ ਆ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਉਹ ਘਰ ਸੁਭਾਗਾ ਹੈ ਜਿਸ ਘਰ ਦੇ ਵਿੱਚ ਸ਼ਬਦ ਵੱਜਦੇ ਹਨ ਤੇ ਉਹ ਸਾਰੀ ਹੀ ਕਲਾ ਉਸ ਅਕਾਲ ਪੁਰਖ ਦੀ। ਕਲਾ ਜਿਤ ਕਰ ਧਾਰੀਆ ਭਾਵ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਘਰਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸ਼ਬਦ ਵੱਜਦੇ ਆ, ਉਹ ਮਨੁੱਖ ਵਾਹਿਗੁਰੂ ਜਿਨ੍ਹਾਂ ਦੇ ਉੱਤੇ ਤੂੰ ਆਪ ਕਿਰਪਾ ਕੀਤੀ, ਕਲਾ ਜਿਤ ਕਰ ਧਾਰੀਆ, ਜਿਨ੍ਹਾਂ ਦੇ ਉੱਤੇ ਤੂੰ ਆਪ ਆਪਣੀ ਕਲਾ ਕੀਤੀ ਆ, ਆਪ ਆਪਣੀ ਸੱਤਿਆ ਦਿੱਤੀ ਆ, ਉਹਨਾਂ ਦੇ ਘਰਾਂ ਦੇ ਅੰਦਰ, ਉਹਨਾਂ ਦੇ ਹਿਰਦੇ ਦੇ ਵਿੱਚ ਸ਼ਬਦ ਵੱਜਦੇ ਹਨ। ਫਿਰ ਸ਼ਬਦ ਵੱਜਣ ਨਾਲ ਕੀ ਹੁੰਦਾ ਹੈ? ਪੰਚ ਦੂਤ ਤੁਧ ਵਸ ਕੀਤੇ। ਪੰਜ ਤਰ੍ਹਾਂ ਦੇ ਜਿਹੜੇ ਦੂਤ ਆ ਨਾ, ਕਾਮ, ਕ੍ਰੋਧ, ਲੋਭ, ਮੋਹ ਆਦਿ, ਇਹ ਪੰਜ ਵਿਕਾਰ ਉਹਨਾਂ ਦੇ ਵਸ ਕਰ ਲੈਣਾ ਹੈ। ਉਹ ਪੰਜ ਵਿਕਾਰ ਉਹਨਾਂ ਨੂੰ ਤੰਗ ਨਹੀਂ ਕਰਦੇ। ਕਾਲ ਕੰਟਕ ਮਾਰਿਆ, ਫਿਰ ਉਹਨਾਂ ਦਾ ਮੌਤ ਦਾ ਡਰ ਜਿਹੜਾ ਹੈ ਨਾ ਉਹ ਵੀ ਖਤਮ ਹੋ ਜਾਂਦਾ ਹੈ। ਜਿਹੜੇ ਨਾਮ ਜਪਦੇ ਆ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਚੱਲ ਪੈਂਦਾ ਹੈ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੇ ਲਾਗੇ। ਸੇ ਨਹੀਂ, ਸੇ, ਸਸੇ ਨੂੰ ਸਿਹਾਰੀ ਸੇ। ਤੁਰ ਕਰਮ ਪਾਇਆ ਤੁਧ ਜਿਨ ਕੋ, ਜਿਨ੍ਹਾਂ ਦੇ ਧੁਰ ਤੋਂ ਕਰਮ ਚੰਗੇ ਲਿਖੇ ਸੀ ਅਕਾਲ ਪੁਰਖ ਨੇ, ਧੁਰ ਤੋਂ ਜਿਨ੍ਹਾਂ ਦੇ ਕਰਮ ਜਿਹੜੇ ਸੀ ਉਹ ਚੰਗੇ ਅਕਾਲ ਪੁਰਖ ਨੇ ਲਿਖੇ ਸੀ, ਜਿਨ੍ਹਾਂ ਦੇ ਤੂੰ ਸਤਿਗੁਰੂ ਆਪ ਜੀ ਨੇ ਜਿਨ੍ਹਾਂ ਦੇ ਕਰਮ ਚੰਗੇ ਲਿਖੇ ਸੀ ਧੁਰ ਤੋਂ। ਤੁਰ ਕਰਮ ਪਾਇਆ ਤੁਧ ਜਿਨ ਕੋ, ਧੁਰ ਤੋਂ ਜਿਨ੍ਹਾਂ ਦੇ ਕਰਮ ਤੂੰ ਲਿਖੇ ਹੋਏ ਆ, ਸੇ ਨਾਮ ਹਰ ਕੇ ਲਾਗੇ। ਉਹ ਮਨੁੱਖ ਨਾਮ ਦੇ ਵਿੱਚ ਲੱਗਦੇ ਆ, ਹੋਰ ਕੋਈ ਨਾਮ 'ਚ ਨਹੀਂ ਲੱਗਦਾ।
ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਤਿਗੁਰੂ ਕਹਿੰਦੇ ਆ ਕਿ ਉਸ ਘਰ ਦੇ ਵਿੱਚ ਸੁਖ ਹੋ ਜਾਂਦਾ ਹੈ ਜਿੱਥੇ ਅਨਹਦ ਨਾਦ ਵੱਜਦੇ ਆ, ਜਿੱਥੇ ਇੱਕ ਰਸ ਲਗਾਤਾਰ ਨਾਮ ਜਿਹੜਾ ਜਪਦੇ ਆ ਮਨੁੱਖ, ਜਿਸ ਘਰ ਦੇ ਵਿੱਚ ਅਨਹਦ ਨਾਦ ਵੱਜਣ ਲੱਗ ਜਾਂਦੇ ਆ, ਉਹ ਘਰ ਬਰਕਤਾਂ ਵਾਲਾ ਹੈ, ਉਸ ਹਿਰਦਾ ਬਰਕਤਾਂ ਵਾਲਾ ਹੈ, ਉਹ ਪਰਿਵਾਰ ਬਰਕਤਾਂ ਵਾਲਾ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਜਿਹੜੇ ਰਾਗ ਆ ਉਹ ਲਾਪੇ ਜਾਂਦੇ ਆ, ਉਹਦੀ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਆ। ਉਹ ਜਿਹੜਾ ਘਰ ਹੈ, ਉਹ ਜਿਹੜਾ ਸਰੀਰ ਹੈ, ਉਹ ਵੀ ਪਵਿੱਤਰ ਹੈ, ਤੇ ਉਹ ਘਰ ਵੀ ਗੁਰਸਿੱਖ ਦਾ ਪਵਿੱਤਰ ਹੈ, ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਸਿਮਰਨ ਕੀਤਾ ਜਾਂਦਾ ਹੈ, ਜਿੱਥੇ ਆਨੰਦ ਦੀ ਪ੍ਰਾਪਤੀ ਵਾਸਤੇ ਯਤਨ ਕੀਤੇ ਜਾਂਦੇ ਆ। ਸਤਿਗੁਰੂ ਬਖਸ਼ਿਸ਼ ਕਰਦੇ ਆ, 6ਵੀਂ ਪੌੜੀ ਦੀ ਆਰੰਭਤਾ ਸਤਿਗੁਰੂ ਕਰਦੇ ਆ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਬਿਨਾ ਸੱਚੀ ਲਿਵ ਤੋਂ, ਉਸ ਅਕਾਲ ਪੁਰਖ ਦੀ ਜਿਹੜੀ ਸੱਚੀ ਲਗਨ ਹੈ, ਉਹਦੇ ਤੋਂ ਬਿਨਾ ਇਹ ਜਿਹੜੀ ਦੇਹ ਆ ਇਹ ਨਿਮਾਣੀ ਹੈ। ਨਿਮਾਣੀ ਕਿਉਂ ਹੈ? ਕਿਉਂਕਿ ਇਹਦਾ ਆਪਣਾ ਕੋਈ ਵਸ ਨਹੀਂ ਹੈ। ਕਿਹੜੇ ਵੇਲੇ ਕਿਹੜਾ ਵਿਕਾਰ ਆ ਕੇ ਇਹਨੂੰ ਤੰਗ ਕਰਦੇ, ਇਹਦੇ ਆਪਣੇ ਕੋਈ ਵਸ ਨਹੀਂ ਹੈ। ਦੇਹ ਦੇ ਸਰੀਰ ਦੇ ਕੋਈ ਵਸ ਨਹੀਂ। ਕਦੋਂ ਇਹਨੂੰ ਕ੍ਰੋਧ ਚਿੰਬੜ ਜਾਂਦਾ ਹੈ, ਕਦੋਂ ਇਹਨੂੰ ਕਾਮ ਚਿੰਬੜ ਜਾਂਦਾ ਹੈ, ਕਦੋਂ ਲੋਭ ਚਿੰਬੜ ਜਾਂਦਾ, ਕਦੋਂ ਮੋਹ ਚਿੰਬੜ ਜਾਂਦਾ, ਕੁਛ ਨਹੀਂ ਪਤਾ। ਇਹਦੇ ਆਪਣੇ ਵਸ ਥੋੜੀ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨਿਮਾਣੀ ਹੈ ਦੇਹ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਸੱਚੀ ਲਿਵ ਤੋਂ ਬਿਨਾ ਇਹ ਜਿਹੜੀ ਦੇਹ ਹੈ, ਇਹ ਜਿਹੜਾ ਸਰੀਰ ਹੈ, ਇਹ ਨਿਮਾਣਾ ਹੈ। ਦੇਹ ਨਿਮਾਣੀ ਲਿਵੈ ਬਾਝੋਂ, ਬਿਨਾ ਉਸ ਅਕਾਲ ਪੁਰਖ ਦੀ ਲਿਵ ਤੋਂ, ਬਿਨਾ ਉਸ ਪ੍ਰਮਾਤਮਾ ਦੀ ਲਿਵ ਤੋਂ ਇਹ ਜਿਹੜੀ ਦੇਹ ਹੈ ਇਹ ਨਿਮਾਣੀ ਹੈ। ਕਿਆ ਕਰੇ ਵਿਚਾਰੀ, ਇਹ ਵਿਚਾਰੀ ਕੀ ਕਰ ਸਕਦੀ ਹੈ? ਕਿੰਨਾ ਕੁ ਆਪਣੇ ਉੱਤੇ ਕੰਟਰੋਲ ਮਨੁੱਖ ਕਰ ਸਕਦਾ, ਕਿੰਨਾ ਕੁ ਆਪਣੇ ਸਰੀਰ ਦੇ ਉੱਤੇ ਕੰਟਰੋਲ ਕਰ ਸਕਦਾ? ਨਹੀਂ ਕਰ ਸਕਦਾ। ਵਿਕਾਰ ਤੰਗ ਕਰਦੇ ਆ। ਇਸ ਕਰਕੇ ਇਹ ਵਿਚਾਰੀ ਹੈ, ਇਹਦਾ ਆਪਣਾ ਕੋਈ ਵਸ ਨਹੀਂ। ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਵਿਚਾਰੀ ਉਦੋਂ ਤੱਕ ਹੈ ਜਿੰਨਾ ਚਿਰ ਲਿਵ ਨਹੀਂ ਜੁੜਦੀ, ਜਿੰਨਾ ਚਿਰ ਪਰਮੇਸ਼ਰ ਚ ਲਿਵ ਨਹੀਂ ਜੁੜਦੀ, ਉਹਨਾਂ ਚਿਰ ਇਹ ਵਿਚਾਰੀ ਹੈ ਦੇਹ। ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਕੀ ਕਰ ਸਕਦੀ ਹੈ ਵਿਚਾਰੀ ਦੇ? ਤੁਧ ਬਾਜ ਸਮਰੱਥ ਕੋਇ ਨਾਹੀ। ਹੈ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾ ਕੋਈ ਸਮਰੱਥ ਨਹੀਂ। ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਕਿਰਪਾ ਕਰ ਕਿ ਜਿਹੜੀ ਇਸ ਦੇਹ ਦੀ ਨਿਮਾਣਤਾ ਖਤਮ ਹੋ ਜਾਵੇ, ਇਹ ਵਿਚਾਰੀ ਜਿਹੜੀ ਹੈ ਨਾ, ਇਹਦੀ ਲਿਵ ਜੁੜ ਜਾਵੇ, ਐਸੀ ਕਿਰਪਾ ਕਰੋ। ਬਨਵਾਰੀ ਦਾ ਅਰਥ ਹੁੰਦਾ ਹੈ, ਬਨ ਦਾ ਅਰਥ ਹੁੰਦਾ ਜੰਗਲ, ਵਾਰੀਆ ਭਾਵ ਜੰਗਲ ਦਾ ਰਾਖਾ, ਭਾਵ ਬਨ ਕਹਿ ਲਓ। ਜਿਵੇਂ ਕੋਈ ਬਾਗ ਵੀ ਆਪਾਂ ਅਰਥ ਕਰ ਸਕਦੇ ਹਾਂ, ਉਸ ਬਾਗ ਦਾ ਰਾਖਾ ਜਿਹਨੂੰ ਕਹਿੰਦੇ ਆਪਾਂ ਮਾਲੀ। ਇਸੇ ਤਰ੍ਹਾਂ ਸੰਸਾਰ ਰੂਪੀ ਇੱਕ ਬਾਗ ਆ, ਸੰਸਾਰ ਰੂਪੀ ਇੱਕ ਜੰਗਲ ਆ। ਇਸ ਸਾਰੇ ਸੰਸਾਰ ਦਾ ਰਾਖਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਇਹ ਜਗਤ ਦੇ ਰੱਖਣਹਾਰ ਵਾਹਿਗੁਰੂ, ਆਪ ਜੀ ਸਮਰੱਥ ਹੋ, ਕਿਰਪਾ ਕਰਕੇ ਸਾਡੀ ਲਿਵ ਜੋੜੋ, ਤਾਂ ਕਿ ਸਾਡੀ ਜਿਹੜੀ ਦੇਹ ਆ ਉਹ ਨਿਮਾਣੇਪਣ ਤੋਂ ਉੱਭਰ ਸਕੇ, ਉਹਦੀ ਵੀ ਲਿਵ ਜਿਹੜੀ ਆ ਉਹ ਆਪ ਜੀ ਵਿੱਚ ਜੁੜ ਜਾਵੇ। ਇਸ ਨੋ ਹੋਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ। ਵਾਹਿਗੁਰੂ ਜੀ, ਇਹਨੂੰ ਹੋਰ ਕੋਈ ਥਾਂ ਨਹੀਂ ਤੁਹਾਡੇ ਤੋਂ ਬਿਨਾ। ਜਿੰਨਾ ਚਿਰ ਇਹਦੀ ਲਿਵ ਨਹੀਂ ਨਾ ਤੁਹਾਡੇ ਨਾਲ ਜੁੜਦੀ, ਉਦੋਂ ਬਿਨਾ ਇਹਦਾ ਕੋਈ ਚਾਰਾ ਹੀ ਨਹੀਂ ਚੱਲਦਾ। ਇਹ ਤਾਂ ਵਿਚਾਰੀ ਹੈ, ਕਿੱਥੇ ਭੱਜ ਲਵੇਗੀ, ਕਿਹਦੇ ਕਿਹਦੇ ਅੱਗੇ ਸਿਰ ਨਵਾਈ ਜਾਵੇ। ਜਿੱਥੇ ਮਰਜ਼ੀ ਚਲਿਆ ਜਾਵੇ ਮਨੁੱਖ, ਕਦੀ ਹੋ ਸਕਦਾ ਕਿ ਉਹਦੇ 5 ਵਿਕਾਰ ਖਤਮ ਹੋ ਜਾਣ? ਕੋਈ ਰਸਤਾ ਹੀ ਨਹੀਂ 5 ਵਿਕਾਰਾਂ ਨੂੰ ਖਤਮ ਕਰਨ ਦਾ। ਕਈ ਯਤਨ ਕਰਦੇ ਆ ਮਨੁੱਖ, ਕਈ ਤਰ੍ਹਾਂ ਦੇ ਭੇਖ ਬਣਾਉਂਦੇ ਆ, ਤੇ ਫਿਰ ਉਹੀ 5 ਵਿਕਾਰ ਤੰਗ ਕਰਦੇ ਆ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਇਹਨੂੰ ਹੋਰ ਕੋਈ ਥਾਂ ਨਹੀਂ ਹੈਗਾ, ਜਿੱਥੇ ਮਰਜ਼ੀ ਚਲੀ ਜਾਵੇ, ਜਿਹਦੇ ਮਰਜ਼ੀ ਅੱਗੇ ਮੱਥੇ ਟੇਕੀ ਜਾਵੇ। ਜਿੰਨਾ ਚਿਰ ਇਹ ਸ਼ਬਦ ਚ ਨਹੀਂ ਨਾ ਲੱਗਦੀ, ਉਹਨਾਂ ਚਿਰ ਇਹ ਸਵਰਦੀ ਨਹੀਂ ਆਂਦੇ, ਉਹਨਾਂ ਚਿਰ ਇਹਦੇ ਵਿਕਾਰ ਨਹੀਂ ਮਿਟਦੇ। ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀਆ। ਵਾਹਿਗੁਰੂ ਜੀ, ਇਹਨੂੰ ਸ਼ਬਦ ਦੇ ਵਿੱਚ ਲਾ ਦਿਓ ਤੇ ਇਹਨੂੰ ਸਵਾਰ ਦਿਓ, ਇਸ ਦੇਹੀ ਨੂੰ, ਇਸ ਸਰੀਰ ਨੂੰ ਸਵਾਰ ਦਿਓ। ਇਹਦਾ ਨਿਮਾਣਾਪਣ ਜਿਹੜਾ ਨਾ, ਇਹ ਵਿਚਾਰੀ ਜਿਹੜੀ ਹੈ ਉਹ ਖਤਮ ਹੋ ਜਾਵੇ, ਇਹਦਾ ਨਿਮਾਣਾਪਣ ਖਤਮ ਹੋ ਜਾਵੇ। ਕਿਰਪਾ ਕਰਕੇ ਇਹਨੂੰ ਸ਼ਬਦ ਲਾਗ ਸਵਾਰੀਆ, ਇਹਨੂੰ ਸ਼ਬਦ ਦੇ ਵਿੱਚ ਲਾ ਕੇ ਸਵਾਰ ਦੇਵੋ। ਕਹਿ ਨਾਨਕ ਲਿਵੈ ਬਾਝੋਂ। ਸਤਿਗੁਰ ਕਹਿੰਦੇ ਆ ਕਿ ਲਿਵੇ ਤੋਂ ਬਾਝੋਂ, ਬਿਨਾ ਲਿਵ ਤੋਂ, ਅਕਾਲ ਪੁਰਖ ਦੀ ਲਿਵ ਤੋਂ ਬਿਨਾ ਇਹ ਦੇਹ ਨਿਮਾਣੀ ਹੈ, ਭਾਵ ਵਿਕਾਰਾਂ ਦੇ ਵਿੱਚ ਲੱਗੀ ਪਈ ਹੈ। ਇਹਦਾ ਆਪਣਾ ਕੋਈ ਵਸ ਨਹੀਂ। ਜਿੰਨਾ ਚਿਰ ਇਹਦੀ ਲਿਵ ਨਹੀਂ ਪ੍ਰਮਾਤਮਾ ਨਾਲ ਜੁੜਦੀ ਇਸ ਦੇਹ ਦੀ, ਉਹਨਾਂ ਚਿਰ ਇਹ ਨਿਮਾਣੀ ਹੈ। ਉਹਨਾਂ ਚਿਰ ਵਿਕਾਰਾਂ ਦੇ ਕੋਲੋਂ ਇਹ ਧੱਕੇ ਖਾਂਦੀ ਆ, ਉਹਨਾਂ ਚਿਰ ਵਿਕਾਰ ਇਹਨੂੰ ਰੱਜ ਕੇ ਲੁੱਟਦੇ ਆ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁਟੈ ਮਨਮੁਖ ਨਹੀਂ ਬੁੱਝੈ, ਕੋ ਨਾ ਸੁਣੈ ਪੁਕਾਰਾ। ਇਹ ਐਸਾ ਹੈ, ਇਸ ਦੇਹ ਦੇ ਵਿੱਚ 5 ਚੋਰ ਆ ਨਾ, ਕਾਮ ਕ੍ਰੋਧ ਲੋਭ ਹੰਕਾਰ।
ਤੇ ਲੁੱਟਦੇ ਆ ਮਨੁੱਖ ਨੂੰ, ਤੇ ਮਨੁੱਖ ਜਾਣਦਾ ਹੀ ਨਹੀਂ। ਮਨਮੁਖ ਨਹੀਂ ਬੂਝੇ ਕੋ ਨਾ ਸੁਣੇ ਪੁਕਾਰਾ, ਰੋਜ਼ ਹੀ ਲੁੱਟ ਰਿਹਾ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ। ਇਹ ਵਿੱਚ ਕੋ ਨਾ ਸੁਣੇ ਪੁਕਾਰਾ, ਕੋਈ ਵੀ ਇਹਦੀ ਪੁਕਾਰ ਨਹੀਂ ਸੁਣ ਰਿਹਾ ਦੇਹੀ ਦੀ। ਇਸ ਕਰਕੇ ਸਤਿਗੁਰੂ ਕਹਿੰਦੇ ਜਿੰਨਾ ਚਿਰ ਇਹਦੀ ਲਿਵ ਨਹੀਂ ਨਾ ਜੁੜਦੀ ਉਹਨਾਂ ਚਿਰ ਇਹ ਵਿਚਾਰੀ ਹੈ। ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਇਹ ਵਿਚਾਰੀ ਕੀ ਕਰ ਸਕਦੀ ਹੈ ਬਿਨਾਂ ਲਿਵ ਤੋਂ, ਬਿਨਾਂ ਉਸ ਪ੍ਰਮਾਤਮਾ ਦੇ ਵਿੱਚ ਸੁਰਤ ਟਿਕਾਉਣ ਤੋਂ ਇਹਦੇ ਵਿਕਾਰ ਜਿਹੜੇ ਆ ਉਹ ਖਤਮ ਨਹੀਂ ਹੋ ਸਕਦੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਐੜੇ ਨੂੰ ਹੀ ਕਰਨਾ ਹੈ, ਇਸ ਕਰਕੇ ਇਹਨੂੰ ਆਨੰਦ ਨਹੀਂ ਪੜਨਾ, ਆਨੰਦ ਪੜਨਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਾਰੇ ਕਹਿੰਦੇ ਆ ਕਿ ਆਨੰਦ ਬੜਾ ਪ੍ਰਾਪਤ ਹੋਇਆ, ਪ੍ਰਸ਼ਾਦਾ ਛਕ ਲਿਆ ਤੇ ਸੋਚਿਆ ਕਿ ਆਨੰਦ ਬੜਾ ਪ੍ਰਾਪਤ ਹੋਇਆ, ਬੜਾ ਸਵਾਦ ਸੀ ਪ੍ਰਸ਼ਾਦਾ, ਪਰ ਉਹ ਆਨੰਦ ਕਿੱਥੇ ਚਲਾ ਗਿਆ ਜਦੋਂ 2-3 ਘੰਟਿਆਂ ਬਾਅਦ ਫਿਰ ਭੁੱਖ ਲੱਗੀ। ਉਹ ਆਨੰਦ ਤੇ ਖਤਮ ਹੋ ਗਿਆ ਨਾ। ਘਰ ਦੇ ਵਿੱਚ ਇੱਕ ਕਾਰ ਲੈਣ ਦੀ ਕਹਿੰਦੇ ਬੜਾ ਆਨੰਦ ਆਇਆ ਵੀ ਅੱਜ ਤੇ ਕਾਰ ਲੈਣ ਦੀ ਆ, ਬੜਾ ਸੁੱਖ ਆ, ਬਹੁਤ ਆਨੰਦ ਆ, ਅਮੀਰ ਹੋ ਗਏ। ਪਰ 10 ਦਿਨਾਂ ਬਾਅਦ ਵੇਖਿਆ ਗਵਾਂਢੀ ਨੇ ਵੀ ਉਹ ਲੈਣ ਦੀ ਆ, ਫਿਰ ਸੜਨਾ ਸ਼ੁਰੂ ਕਰ ਦਿੱਤਾ, ਆਨੰਦ ਖਤਮ ਹੋ ਗਿਆ। ਘਰ ਦੇ ਵਿੱਚ ਬੱਚੇ ਨੇ ਜਨਮ ਲਿਆ, ਬੜਾ ਖੁਸ਼ੀ ਮਨਾਈ, ਆਨੰਦ ਆ ਗਿਆ ਵੀ ਅੱਜ ਤੇ ਸਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ, ਬੜੀ ਖੁਸ਼ੀ ਮਨਾਈ। ਉਹ ਬੱਚਾ ਜਦੋਂ ਵੱਡਾ ਹੋਇਆ ਤੇ ਮਾਂ ਪਿਓ ਉਹਨੂੰ ਘਰੋਂ ਕੱਢਤਾ, ਆਨੰਦ ਕਿੱਥੇ ਹੈ? ਖਤਮ ਆਨੰਦ। ਇਹਨਾਂ ਨੂੰ ਆਨੰਦ ਨਹੀਂ ਸਤਿਗੁਰੂ ਕਹਿੰਦੇ ਕਿਹਾ ਜਾ ਸਕਦਾ। ਆਨੰਦ ਆਨੰਦ ਸਭ ਕੋ ਕਹੈ, ਸਾਰੇ ਕਹਿੰਦੇ ਬੜਾ ਆਨੰਦ ਆਇਆ। ਧਨ ਪਦਾਰਥ ਦੇ ਵਿੱਚ ਲੱਗ ਕੇ ਮਨੁੱਖ ਕਹਿੰਦਾ ਇਹ ਬੜਾ ਮੈਨੂੰ ਆਨੰਦ ਦਿੰਦੀ ਇਹ ਵਸਤੂ, ਇਹ ਚੀਜ਼ਾਂ ਮੈਨੂੰ ਬੜਾ ਆਨੰਦ ਦਿੰਦੀਆਂ, ਮੈਨੂੰ ਬੜੀਆਂ ਸੁੱਖ ਸਹੂਲਤਾਂ ਹਨ, ਮੈਂ ਆਨੰਦਮਈ ਜ਼ਿੰਦਗੀ ਬਤੀਤ ਕਰਦਾ। ਪਰ ਜਦੋਂ ਤ੍ਰਿਸ਼ਨਾ ਫੇਰ ਆ ਕੇ ਘੇਰਦੀ ਆ ਨਾ ਮਨੁੱਖ ਨੂੰ, ਫਿਰ ਆਨੰਦ ਖਤਮ ਹੋ ਜਾਂਦਾ। ਜਿਵੇਂ ਪ੍ਰਸ਼ਾਦਾ ਛਕਿਆ ਕਹਿ ਦਿੰਦੇ ਆ ਆਨੰਦ ਆ ਗਿਆ, ਫਿਰ ਜਦੋਂ ਭੁੱਖ ਲੱਗਦੀ ਆ, ਭੁੱਖ ਆ ਕੇ ਜ਼ੋਰ ਮਾਰਦੀ ਹੈ, ਫਿਰ ਉਹ ਆਨੰਦ ਕਿੱਥੇ ਜਾਂਦਾ? ਖਤਮ ਹੋ ਜਾਂਦਾ ਨਾ। ਸਦੀਵੀ ਆਨੰਦ ਨਹੀਂ ਹੈ, ਥੋੜ੍ਹੇ ਚਿਰ ਆਨੰਦ ਹੈ, ਖਤਮ ਹੋਣ ਵਾਲਾ ਆਨੰਦ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਹਰ ਕੋਈ ਕਹਿੰਦਾ ਕਿ ਮੈਨੂੰ ਬੜਾ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ, ਕਹਿਣ ਦੇ ਨਾਲ ਆਨੰਦ ਨਹੀਂ ਹੈ, ਪਰ ਆਨੰਦ ਮਿਲਦਾ ਕਿੱਥੋਂ? ਅਸਲੀ ਆਨੰਦ ਗੁਰੂ ਤੇ ਜਾਣਿਆ। ਇਹ ਗੁਰੂ ਦੁਆਰਾ ਜਾਣਿਆ ਜਾਂਦਾ ਕਿ ਅਸਲੀ ਆਨੰਦ ਕੀ ਹੈ, ਪਰਮ ਆਨੰਦ ਕੀ ਹੈ, ਇਹ ਗੁਰੂ ਦੇ ਦੁਆਰਾ ਸੂਝ ਪ੍ਰਾਪਤ ਹੁੰਦੀ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਇਹ ਸਦਾ ਹੀ ਗੁਰੂ ਦੇ, ਸਿਰਫ ਤੇ ਸਿਰਫ ਗੁਰੂ ਦੁਆਰਾ ਹੀ ਆਨੰਦ ਦੀ ਪ੍ਰਾਪਤੀ ਹੈ, ਔਰ ਕੋਈ ਰਸਤਾ ਨਹੀਂ। ਜਾਣਿਆ ਆਨੰਦ ਸਦਾ ਗੁਰ ਤੇ, ਸਦਾ ਹੀ ਗੁਰੂ ਦੇ ਦੁਆਰਾ ਹੀ ਸੋਝ ਹੁੰਦੀ ਹੈ। ਕਿਰਪਾ ਕਰੇ ਪਿਆਰਿਆ, ਜਿਹਦੇ ਉੱਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ, ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਫਿਰ ਗੁਰੂ ਜਿਹੜਾ ਹੈ ਉਹ ਆਨੰਦ ਦੀ ਪ੍ਰਾਪਤੀ ਕਰਾਉਂਦਾ ਹੈ। ਕਿਰਪਾ ਕਰੇ ਪਿਆਰਿਆ, ਹੇ ਵਾਹਿਗੁਰੂ ਜੀ, ਜਿਸ ਉੱਤੇ ਕਿਰਪਾ ਕਰਦੇ ਹੋ ਤੁਸੀਂ, ਉਸੇ ਨੂੰ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਗੁਰੂ ਫਿਰ ਆਨੰਦ ਦੀ ਪ੍ਰਾਪਤੀ ਕਰਾਉਂਦਾ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ। ਜਦੋਂ ਕਿਰਪਾ ਹੋਈ ਫਿਰ ਕਿਲ ਵਿਖ ਕੀ ਹੈ? ਪਾਪ ਕੱਟੇ ਜਾਂਦੇ ਆ ਜਦੋਂ ਗੁਰੂ ਕਿਰਪਾ ਕਰਦਾ। ਕਰ ਕਿਰਪਾ ਕਿਲ ਵਿਖ ਕੱਟੇ, ਕਿਲ ਵਿਖ ਦਾ ਅਰਥ ਹੁੰਦਾ ਪਾਪ, ਪਾਪ ਖਤਮ ਹੋ ਗਏ, ਕੱਟੇ। ਗਿਆਨ ਅੰਜਨ ਸਾਰਿਆ, ਫਿਰ ਗੁਰੂ ਕੀ ਕਰਦਾ ਹੈ? ਗਿਆਨ ਦਾ ਸੁਰਮਾ ਮਨੁੱਖ ਨੂੰ ਦਿੰਦਾ ਹੈ। ਗੁਰਮੁਖ ਨੂੰ, ਗੁਰਸਿੱਖ ਨੂੰ ਫਿਰ ਗੁਰੂ ਗਿਆਨ ਦਾ ਸੁਰਮਾ ਦਿੰਦਾ ਹੈ। ਫਿਰ ਉਹ ਗਿਆਨ ਦੇ ਨਾਲ ਆਪਣੇ ਆਪ ਨੂੰ ਵਾਚਦਾ ਹੈ, ਸੰਸਾਰ ਨੂੰ ਵਾਚਦਾ ਹੈ, ਤੇ ਫਿਰ ਵੇਖਦਾ ਹੈ ਕਿ ਮੈਂ ਕਿੱਥੇ ਖੜਾ ਹਾਂ, ਤੇ ਮੇਰਾ ਜੀਵਨ ਕੀ ਹੈ, ਤੇ ਮੈਂ ਕਿਵੇਂ ਉਸ ਪ੍ਰਭੂ ਨੂੰ ਪਾਉਣਾ ਹੈ। ਇਸ ਤਰ੍ਹਾਂ ਫਿਰ ਉਹ ਜਦੋਂ ਵਾਚਦਾ ਹੈ ਨਾ, ਗਿਆਨ ਰੂਪੀ ਅੰਜਨ ਦਾ ਅਰਥ ਹੁੰਦਾ ਸੁਰਮਾ, ਗਿਆਨ ਦਾ ਸੁਰਮਾ ਜਦੋਂ ਵਰਤ ਕੇ ਉਹ ਸਾਰੇ ਪਾਸੇ ਵੇਖਦਾ ਹੈ, ਫਿਰ ਉਹ ਵੇਖਦਾ ਕਿ ਹਰ ਥਾਂ ਉਹ ਅਕਾਲ ਪੁਰਖ ਹੀ ਰਮਿਆ ਹੋਇਆ ਹੈ, ਫਿਰ ਉਹਦੇ ਸਾਰੇ ਪਾਪ ਨਾਸ਼ ਹੋ ਜਾਂਦੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੂੰਹ ਟੁੱਟ, ਤਿਨਕਾ ਸ਼ਬਦ ਸੱਚੈ ਸਵਾਰਿਆ, ਜਿਨ੍ਹਾਂ ਦਾ ਮਾਇਆ ਵੱਲੋਂ ਅੰਦਰੋਂ ਮੋਹ ਟੁੱਟ ਗਿਆ, ਬਾਹਰੋਂ ਨਹੀਂ ਅੰਦਰੋਂ, ਅੰਦਰੋਂ ਹਿਰਦੇ ਚੋਂ, ਜਿਨ੍ਹਾਂ ਨੇ ਅੰਦਰੋਂ ਮਾਇਆ ਨੂੰ ਛੱਡ ਦਿੱਤਾ। ਬਾਹਰੋਂ ਮਾਇਆ ਵਰਤਦੇ ਆ, ਸਰੀਰ ਦੇ ਕਾਰ ਵਿਹਾਰਾਂ ਵਾਸਤੇ ਮਾਇਆ ਦੀ ਲੋੜ ਹੈ, ਉਹ ਮਾਇਆ ਵਰਤਦੇ ਆ, ਸਾਰਾ ਕੁਝ ਕਰਦੇ ਆ, ਪਰ ਅੰਦਰੋਂ ਉਹਨਾਂ ਦਾ ਮਨ ਜਿਹੜਾ ਹੈ ਮਾਇਆ ਵੱਲੋਂ ਟੁੱਟ ਜਾਂਦਾ। ਉਹਨਾਂ ਦੀਆਂ ਕੋਠੀਆਂ ਵੀ ਹੁੰਦੀਆਂ, ਕਾਰਾਂ ਵੀ ਹੁੰਦੀਆਂ, ਸਾਰਾ ਕੁਝ ਹੁੰਦਾ ਹੈ, ਧਨ ਪਦਾਰਥ ਹੁੰਦਾ ਹੈ, ਬੱਚੇ ਹੁੰਦੇ ਆ, ਸਾਰਾ ਕੁਝ ਹੁੰਦਾ ਹੈ, ਉਹਨਾਂ ਨੂੰ ਵਰਤਦੇ ਵੀ ਆ, ਪਰ ਅੰਦਰੋਂ ਉਹਨਾਂ ਦਾ ਮੋਹ ਜਿਹੜਾ ਉਹ ਮਾਇਆ ਵੱਲੋਂ ਟੁੱਟ ਜਾਂਦਾ। ਮਾਇਆ ਦੇ ਹੁੰਦਿਆਂ ਵੀ ਉਹ ਮਾਇਆ ਵਿੱਚ ਜਿਹੜੇ ਆ ਉਦਾਸ ਰਹਿੰਦੇ ਆ। ਮਾਇਆ, ਜਿਵੇਂ ਸਤਿਗੁਰਾਂ ਨੇ ਕਿਹਾ ਗੁਰਬਾਣੀ ਦੇ ਵਿੱਚ ਕਿ ਜਿਵੇਂ ਮੁਰਗਾਬੀ ਹੁੰਦੀ ਹੈ ਨਾ, ਮੁਰਗਾਬੀ ਤੇ ਜਿਹੜਾ ਕਮਲ ਫੁੱਲ ਹੁੰਦਾ ਹੈ,
ਉਹ ਰਹਿੰਦਾ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਆ, ਪਰ ਉਹ ਚਿੱਕੜ ਦੇ ਵਿੱਚ ਰਹਿੰਦਿਆਂ ਵੀ ਜਿਹੜਾ ਉਹਨੂੰ ਚਿੱਕੜ ਜਿਹੜਾ ਪਾਉਂਦਾ ਨਹੀਂ ਹੈ। ਇਸੇ ਤਰ੍ਹਾਂ ਮੁਰਗਾਬੀ ਜਿਹੜੀ ਆ ਤੇ ਉਹ ਪਾਣੀ ਦੇ ਵਿੱਚ ਰਹਿੰਦੀ ਆ ਤੇ ਪਰ ਉਹਦੇ ਖੰਭ ਨਹੀਂ ਕਦੀ ਭਿੱਜਦੇ। ਇਸ ਤਰ੍ਹਾਂ ਉਹ ਗੁਰਮੁਖ ਹੁੰਦੇ ਆ। ਸਤਿਗੁਰ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੈ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਫਿਰ ਉਹ ਨਾਮ ਦੇ ਵਿੱਚ ਲੱਗ ਕੇ ਨਾ ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਖਿੜਿਆ ਹੋਵੇ ਤੇ ਉਹਨੂੰ ਚਿੱਕੜ ਨਹੀਂ ਪਾਉਂਦਾ, ਤੇ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ ਤੇ ਉਹਦੇ ਖੰਭ ਨਹੀਂ ਕਦੀ ਭਿੱਜਦੀ। ਇਸ ਤਰ੍ਹਾਂ ਜਿਹੜਾ ਹੈ ਨਾ ਉਸ ਸਿੱਖ ਦਾ ਜੀਵਨ ਹੋ ਜਾਂਦਾ, ਕਿਉਂਕਿ ਉਹਨਾਂ ਦਾ ਅੰਦਰਲ ਜਿਹੜਾ ਹੈ ਨਾ ਉਹ ਮੋਹ ਟੁੱਟ ਜਾਂਦਾ ਮਾਇਆ ਵੱਲੋਂ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਫਿਰ ਉਹਨਾਂ ਦੇ ਬੋਲ ਸਵਰ ਜਾਂਦੇ ਆ, ਫਿਰ ਹਰ ਕਿਸੇ ਨਾਲ ਮਿੱਠਾ ਬੋਲਦੇ ਆ, ਹਰ ਕਿਸੇ ਦੇ ਨਾਲ ਪਿਆਰ ਨਾਲ ਗੱਲ ਕਰਦੇ ਆ, ਹਰ ਕਿਸੇ ਨਾਲ ਭਾਵਨਾ ਨਾਲ ਗੱਲ ਕਰਦੇ ਆ। ਤਿਨਕਾ ਸ਼ਬਦ ਸੱਚਾ ਸਵਾਰਿਆ, ਉਹਨਾਂ ਦੇ ਸ਼ਬਦ ਸਵਾਰ ਦਿੰਦਾ ਹੈ ਸੱਚਾ ਵਾਹਿਗੁਰੂ। ਵਾਹਿਗੁਰੂ ਉਹਨਾਂ ਦੇ ਬੋਲ ਸਵਾਰ ਦਿੰਦਾ ਹੈ, ਉਹਨਾਂ ਦੀ ਬੋਲ ਬਾਣੀ ਚੰਗੀ ਕਰ ਦਿੰਦਾ ਹੈ, ਜਿਹੜੇ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਆ, ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ। ਕਹੇ ਨਾਨਕ ਇਹੋ ਆਨੰਦ ਹੈ, ਇਹੀ ਅਸਲੀ ਆਨੰਦ ਹੈ। ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਦੇਣਾ ਤੇ ਮਾਇਆ ਦੇ ਵਿੱਚ ਰਹਿ ਕੇ ਵੀ ਉਦਾਸ ਰਹਿਣਾ, ਇਹ ਹੈ ਅਸਲੀ ਆਨੰਦ। ਕਹੇ ਨਾਨਕ ਇਹੋ ਆਨੰਦ ਹੈ, ਇਹੋ ਹੀ ਅਸਲੀ ਆਨੰਦ ਹੈ। ਪਰ ਪ੍ਰਾਪਤ ਕਿਵੇਂ ਹੋਇਆ? ਆਨੰਦ ਗੁਰ ਤੇ ਜਾਣਿਆ। ਉੱਪਰ ਗੁਰੂ ਸੀ ਸ਼ਬਦ, ਇੱਥੇ ਗੁਰ ਸ਼ਬਦ ਹੈ, ਇਹ ਧਿਆਨ ਰੱਖਣਾ। ਕਹੇ ਨਾਨਕ ਇਹੋ ਆਨੰਦ ਹੈ, ਇਹੋ ਹੀ ਅਸਲੀ ਆਨੰਦ ਹੈ। ਆਨੰਦ ਗੁਰ ਤੇ ਜਾਣਿਆ, ਜਿਹੜਾ ਗੁਰੂ ਦੁਆਰਾ ਪ੍ਰਾਪਤ ਹੋਇਆ, ਜਿਹੜਾ ਗੁਰੂ ਦੁਆਰਾ ਜਾਣਿਆ। ਹੋਰ ਕੋਈ ਰਸਤਾ ਨਹੀਂ। ਮਨੁੱਖ ਜਿੱਥੇ ਮਰਜ਼ੀ ਚਲਾ ਜਾਵੇ, ਉਹਨੂੰ ਅਖੀਰ ਗੁਰੂ ਦੇ ਚਰਨਾਂ ਵਿੱਚ ਆਣ ਕੇ ਹੀ ਆਨੰਦ ਦੀ ਪ੍ਰਾਪਤੀ ਹੋ ਸਕਦੀ ਆ। ਸੰਸਾਰ ਦੇ ਵਿੱਚ ਉਹ ਜਿੱਥੇ ਮਰਜ਼ੀ ਭੱਜ ਲਵੇ, ਅਖੀਰ ਨੂੰ ਗੁਰੂ ਦੇ ਕੋਲ ਆਵੇਗਾ ਤੇ ਉਹਨੂੰ ਆਨੰਦ ਮਿਲਣਾ, ਨਹੀਂ ਤੇ ਹੋਰ ਉਹਨੂੰ ਕਿਤੇ ਵੀ ਜਾ ਕੇ ਆਨੰਦ ਨਹੀਂ ਮਿਲਣਾ। ਜਿਸ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ। ਹੁਣ ਸਤਿਗੁਰੂ ਪ੍ਰਸ਼ਨ ਕਰੀਏ ਸਤਿਗੁਰੂ, ਫਿਰ ਇਹ ਆਨੰਦ ਦੀ ਪ੍ਰਾਪਤੀ ਸਾਰਿਆਂ ਨੂੰ ਹੋ ਜਾਂਦੀ ਹੈ? ਹਰ ਕੋਈ ਆਨੰਦ ਮਾਣ ਸਕਦਾ ਹੈ? ਸਤਿਗੁਰੂ ਕਹਿੰਦੇ ਨਹੀਂ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ। ਬਾਬਾ ਤੋਂ ਅਰਥ ਹੈ ਅਕਾਲ ਪੁਰਖ, ਹੈ ਵੱਡੇ ਵਾਹਿਗੁਰੂ। ਜਿਸ ਤੂੰ ਦੇਹ ਸੋਈ ਜਨ ਪਾਵੇ, ਉਹੀ ਆਨੰਦ ਪ੍ਰਾਪਤ ਕਰ ਸਕਦਾ ਹੈ। ਉਸੇ ਨੂੰ ਹੀ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਸ ਨੂੰ ਤੂੰ ਦੇਣਾ ਹੈ, ਜਿਸ ਨੂੰ ਤੂੰ, ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਉਹੀ ਜਨ ਜਿਹੜਾ ਹੈ ਆਨੰਦ ਪ੍ਰਾਪਤ ਕਰ ਸਕਦਾ ਹੈ ਜਿਹਨੂੰ ਤੂੰ ਇਹ ਦਾਤ ਬਖਸ਼ੀ ਆਨੰਦ ਦੀ। ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਹੋਰ ਕੋਈ ਵਿਚਾਰਾ ਕੀ ਕਰ ਸਕਦਾ ਹੈ? ਹੋਰ ਕਿਸੇ ਦੀ ਪੇਸ਼ ਨਹੀਂ ਜਾ ਸਕਦੀ, ਉਹੀ ਆਨੰਦ ਪ੍ਰਾਪਤ ਕਰ ਸਕਦਾ। ਪਾਵੇ ਤਾਂ ਸੋ ਜਨ, ਸਿਰਫ ਉਹੀ ਜਨ ਆਨੰਦ ਪ੍ਰਾਪਤ ਕਰਦਾ ਜੇ ਦੇਹ ਜਿਸ ਨੂੰ ਤੂੰ ਦੇਣਾ ਹੈ ਆਨੰਦ, ਉਹੀ ਆਨੰਦ ਪ੍ਰਾਪਤ ਕਰ ਸਕਦਾ। ਹੋਰ ਕਿਆ ਕਰੇ ਵਿਚਾਰਿਆ, ਹੋਰ ਕੋਈ ਵਿਚਾਰਾ ਜੀਵ ਕੀ ਕਰ ਸਕਦਾ ਹੈ? ਹੋਰ ਕਿਸੇ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ। ਜਿਹਨੂੰ ਤੂੰ ਦੇਣਾ ਹੈ ਨਾ ਆਨੰਦ, ਜਿਨ੍ਹਾਂ ਨੂੰ ਤੂੰ ਸਵਾਰਦਾ ਹੈ, ਉਹੀ ਆਨੰਦ ਪ੍ਰਾਪਤ ਕਰ ਸਕਦਾ ਹੈ। ਆਪਣੇ ਜ਼ੋਰ ਦੇ ਨਾਲ ਕੋਈ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦਾ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ। ਇੱਕ ਜਿਹੜੇ ਆ ਉਹਨਾਂ ਨੂੰ ਤੂੰ ਭਰਮ ਦੇ ਵਿੱਚ ਭੁਲਾਇਆ ਆ, ਜਿਹੜੇ ਭਰਮ ਦੇ ਵਿੱਚ ਭੁੱਲੇ ਪਏ ਆ, ਦਹਿ ਦਿਸ ਭੱਜਦੇ ਮਾਇਆ ਦੀ ਦੌੜ ਦੇ ਵਿੱਚ ਲੱਗੇ ਹੋਏ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕੋਈ ਨਾਮ ਵੀ ਜਪਣਾ ਹੈ, ਕੋਈ ਸਿਮਰਨ ਵੀ ਕਰਨਾ ਹੈ, ਕੋਈ ਰੱਬ ਵੀ ਕਰਨਾ ਹੈ। ਉਹਨਾਂ ਨੂੰ ਤੂੰ ਹੀ ਭਰਮ ਭੁਲਾਇਆ ਆ। ਉਹ ਦਹਿ ਦਿਸ ਦਸਾਂ ਦਿਸ਼ਾਵਾਂ ਦੇ ਵਿੱਚ ਭੱਜੇ ਫਿਰਦੇ ਆ। 10 ਦਿਸ਼ਾਵਾਂ ਕਿਹੜੀਆਂ? 4 ਜਿਹੜੀਆਂ ਪ੍ਰਤੱਖ ਮੰਨੀਆਂ ਗਈਆਂ, ਫਿਰ ਉਹਨਾਂ ਦੇ ਵਿਚਲਾ ਜਿਹੜਾ ਗੈਬ ਹੈ ਉੱਤਰ ਪੂਰਬ, ਉਹ 4 ਮੰਨ ਕੇ ਚੱਲੋ ਤੇ ਕਿੰਨੀਆਂ ਹੋ ਗਈਆਂ? 8 ਤੇ ਇੱਕ ਹੇਠਾਂ ਧਰਤੀ ਤੇ ਉੱਪਰਲਾ ਆਕਾਸ਼, 10। ਇਹ ਜਿਹੜੀਆਂ 10 ਦਿਸ਼ਾਵਾਂ ਦੇ ਵਿੱਚ ਮਨੁੱਖ ਭੱਜਾ ਫਿਰਦਾ, ਕਿਤੇ ਕਿਸੇ ਪਾਸੇ ਕਿਤੇ ਕਿਸੇ ਪਾਸੇ, ਭਰਮ ਦੇ ਵਿੱਚ ਭੱਜਾ ਫਿਰਦਾ, ਮਾਇਆ ਦੇ ਵਿੱਚ ਭੱਜਾ ਫਿਰਦਾ, ਮਾਇਆ ਇਕੱਠੀ ਕਰਨ ਦੇ ਵਿੱਚ ਭੱਜਾ ਫਿਰਦਾ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਪਰ ਇੱਕ ਨਾਮ ਲਾਗ ਸਵਾਰਿਆ। ਤੇ ਇੱਕ ਨੂੰ ਤੂੰ ਨਾਮ ਦੇ ਵਿੱਚ ਲਾ ਕੇ ਸਵਾਰ ਦਿੱਤਾ। ਇੱਕ ਸੰਸਾਰ ਦੇ ਕਾਰਜ ਦੇ ਵਿੱਚ ਲੱਗੇ ਭੱਜੇ ਫਿਰਦੇ ਆ, ਕਿਤੇ ਕੋਈ ਕੰਮ ਦੀ ਚਿੰਤਾ, ਕਿਤੇ ਕੋਈ ਕੰਮ ਦੀ ਚਿੰਤਾ, ਤੇ ਕਈ ਇੱਕ ਐਸੇ ਹਨ ਜਿਨ੍ਹਾਂ ਨੂੰ ਤੂੰ ਨਾਮ ਦੇ ਵਿੱਚ ਲਾ ਦਿੱਤਾ, ਜਿਹੜੇ ਨਾਮ ਜਪ ਕੇ ਆਪਣੇ ਆਪ ਨੂੰ ਤ੍ਰਿਪਤ ਰੱਖਦੇ ਆ। ਇੱਕ ਨਾਮ ਲਾਗ ਸਵਾਰਿਆ, ਉਹ ਸਵਰ ਜਾਂਦੇ ਆ, ਉਹ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਆ ਜਿਨ੍ਹਾਂ ਨੂੰ ਤੂੰ ਨਾਮ ਦੇ ਵਿੱਚ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਦਾ ਗੁਰੂ ਦੀ ਕਿਰਪਾ ਦੁਆਰਾ ਮਨ ਨਿਰਮਲ ਹੋ ਜਾਂਦਾ ਹੈ ਨਾ, ਗੁਰ ਪ੍ਰਸਾਦੀ
मन भया निर्मल जिन्ना भाना भावै। जिन्हां नूं तेरा भाना भा जांदा है ना, ਜਿਹੜੇ ਮੰਨ ਲੈਂਦੇ ਆ ਕਿ ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ, ਉਹ ਫਿਰ ਭਟਕਣਾ ਉਹਨਾਂ ਦੀ ਬੰਦ ਹੋ ਜਾਂਦੀ ਆ। ਫਿਰ ਗੁਰੂ ਦੀ ਕਿਰਪਾ ਦੁਆਰਾ ਆਪਣਾ ਮਨ ਨਿਰਮਲ ਕਰ ਲੈਂਦੇ ਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਜਿਹੜੇ ਤੇਰੀ ਰਜ਼ਾ ਦੇ ਵਿੱਚ ਆ, ਜਿਨ੍ਹਾਂ ਨੇ ਤੂੰ ਭਾਣਾ ਭਾਉਣਾ ਹੈ, ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕਰਦਾ ਹੈ ਵਾਹਿਗੁਰੂ, ਉਹਨਾਂ ਨੂੰ ਗੁਰੂ ਮਿਲ ਜਾਂਦਾ ਤੇ ਗੁਰੂ ਕਿਰਪਾ ਕਰਕੇ ਉਹਨਾਂ ਦਾ ਮਨ ਸਵਾਰ ਦਿੰਦਾ ਹੈ। ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਸਤਿਗੁਰ ਕਹਿੰਦੇ ਇਹ ਦਾਤ ਜਿਹੜੀ ਆਨੰਦ ਦੀ ਹਰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਸਤਿਗੁਰ ਕਹਿੰਦੇ ਆ ਕਿ ਜਿਸ ਦੇਹ ਪਿਆਰੇ, ਜਿਹਨੂੰ ਤੂੰ ਵਾਹਿਗੁਰੂ ਬਖਸ਼ਦਾ ਹੈ, ਜਿਹਨੂੰ ਤੂੰ ਆਨੰਦ ਦੀ ਦਾਤ ਦਿੰਦਾ ਹੈ, ਸੋਈ ਜਨ ਪਾਵੇ। ਉਹੀ ਮਨੁੱਖ ਜਿਹੜਾ ਹੈ ਆਨੰਦ ਪ੍ਰਾਪਤ ਕਰ ਸਕਦਾ ਹੈ। ਨਹੀਂ ਤੇ ਹੋਰ ਲੱਖਾਂ ਮਨੁੱਖ ਸੰਸਾਰ ਤੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਨਾਮ ਜਪਣਾ ਹੈ। ਸਾਡੀ ਦੇਹ ਦਾ ਕਾਰਨ ਕੀ ਹੈ, ਅਸੀਂ ਕਰਨ ਕੀ ਆਏ ਆ। ਤੇ ਸਿਰਫ ਜਿਨ੍ਹਾਂ ਦੇ ਉੱਤੇ ਕਿਰਪਾ ਵਾਹਿਗੁਰੂ ਕਰਦਾ ਹੈ, ਉਹਨਾਂ ਨੂੰ ਹੀ ਪਤਾ ਲੱਗਦਾ ਹੈ ਕਿ ਅਸਲ ਆਨੰਦ ਕਿੱਥੇ ਹੈ, ਕਿਵੇਂ ਆਨੰਦ ਦੀ ਪ੍ਰਾਪਤੀ ਹੋਣੀ ਹੈ। ਉਹ ਫਿਰ ਗੁਰੂ ਦੇ ਕੋਲ ਆਉਂਦੇ ਆ ਤੇ ਗੁਰੂ ਕੋਲ ਆਣ ਕੇ ਫਿਰ ਉਹ ਆਨੰਦ ਪ੍ਰਾਪਤ ਕਰਦੇ ਆ। ਸਤਿਗੁਰੂ ਬਖਸ਼ਿਸ਼ ਕਰਦੇ, ਆਵੋ ਸੰਤ ਪਿਆਰੇ ਹੋ। हे मेरे प्यारे संतो, हे मेरे सिखो, हे मेरे प्यारिओ, आओ आओ संत प्यारिओ। कथ की करे कहानी। ਉਹ ਜਿਹੜਾ ਅਕਥ ਹੈ ਨਾ ਪ੍ਰਭੂ, ਜਿਹੜਾ ਕਥਿਆ ਨਹੀਂ ਜਾ ਸਕਦਾ, ਆਓ ਉਹਦੀ ਆਪਾਂ ਕਹਾਣੀ ਕਰੀਏ। ਆਓ ਆਪਾਂ ਉਹਦੇ ਬਾਰੇ ਗੱਲਬਾਤ ਕਰੀਏ, ਉਹਦੀਆਂ ਸਿਫਤਾਂ ਕਰੀਏ, ਉਹਦੀ ਸਿਫਤ ਸਲਾਹ ਕਰੀਏ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ। ਅਕਥ ਦੀ ਕਹਾਣੀ ਆਪਾਂ ਕਰੀਏ। ਕਰਹਿ ਕਹਾਣੀ ਅਕਥ ਕੇਰੀ। ਆਓ ਬੈਠੋ ਆਪਾਂ ਉਸ ਅਕਥ ਦੀ ਕਹਾਣੀ ਕਰੀਏ, ਉਹਦੇ ਬਾਰੇ ਉਹਦੀ ਸਿਫਤ ਸਲਾਹ ਦੇ ਵਿੱਚ ਜੁੜੀਏ, ਕਿਤ ਦੁਆਰੇ ਪਾਈਏ। ਤੇ ਜੇ ਤੁਸੀਂ ਪੁੱਛਦੇ ਤੇ ਉਹਨੂੰ ਪਾਇਆ ਕਿਵੇਂ ਜਾਂਦਾ, ਕਿਹੜਾ ਰਸਤਾ ਹੈ ਉਹਨੂੰ ਪਾਉਣ ਦਾ, ਤੇ ਸਤਿਗੁਰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਮੰਨੀਐ ਨਹੀਂ ਸ਼ਬਦ, ਮੰਨਿਆ। ਹੁਕਮ ਮੰਨਿਆ ਪਾਈਐ। ਹੁਕਮ ਸਤਿਗੁਰੂ ਦਾ ਮੰਨਣਾ ਹੈ। ਤਨ ਵੀ ਗੁਰੂ ਦੇ ਅੱਗੇ ਰੱਖ ਦੇਣਾ ਹੈ, ਮਨ ਵੀ ਗੁਰੂ ਦੇ ਅੱਗੇ ਰੱਖ ਦੇਣਾ, ਧਨ ਵੀ ਗੁਰੂ ਦੇ ਅੱਗੇ ਰੱਖ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਸਾਰਾ ਕੁਝ ਗੁਰੂ ਨੂੰ ਸੌਂਪ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨ ਕੇ ਜਿਹੜਾ ਹੈ ਨਾ ਚੱਲਣ ਦੇ ਨਾਲ ਹੀ ਜਿਹੜਾ ਉਹ ਆਨੰਦ ਮਿਲ ਸਕਦਾ ਹੈ। ਹੁਕਮ ਮੰਨਣ ਦੇ ਨਾਲ ਹੀ ਜਿਹੜਾ ਉਹਦਾ ਦੁਆਰਾ ਮਿਲ ਸਕਦਾ। ਕਿਤ ਦੁਆਰੇ, ਕਿਸ ਦੇ ਦੁਆਰਾ ਮਿਲ ਸਕਦਾ? ਗੁਰੂ ਦੁਆਰਾ। ਗੁਰੂ ਦੇ ਦੁਆਰਾ ਉਹ ਹਰੀ ਪ੍ਰਾਪਤ ਹੋ ਸਕਦਾ। ਅਸ਼ਟਾਵਕਰ ਜਿਹੜਾ ਸੀ, ਇਹਨੂੰ ਰਾਜੇ ਨੇ ਕਹਿ ਦਿੱਤਾ ਸੀ ਕਿ ਰਾਜੇ ਨੇ ਕਿਹਾ ਕਿ ਜਿਹੜਾ ਮੈਨੂੰ ਉਪਦੇਸ਼ ਦੇਵੇਗਾ, ਮੈਂ ਉਹਦਾ ਉਪਦੇਸ਼ ਜੇ ਮੰਨ ਗਿਆ, ਭਾਵ ਜੇ ਉਹਦਾ ਉਪਦੇਸ਼ ਮੈਨੂੰ ਚੰਗਾ ਲੱਗਾ ਤੇ ਮੈਂ ਉਹਦੇ ਉਪਦੇਸ਼ ਦੇ ਉੱਤੇ ਫੁੱਲ ਚੜਾਵਾਂਗਾ, ਪਰ ਜੇ ਮੈਨੂੰ ਉਹਦਾ ਉਪਦੇਸ਼ ਨਾ ਵਧੀਆ ਲੱਗਾ ਤੇ ਮੈਂ ਜਿਹੜਾ ਉਹਨੂੰ ਕਤਲ ਕਰ ਦੇਵਾਂਗਾ। ਅਸ਼ਟਾਵਕਰ ਜਦੋਂ ਗਿਆ ਰਾਜੇ ਕੋਲ ਤੇ ਰਾਜਾ ਕਹਿੰਦਾ ਵੀ ਤੂੰ ਮੈਨੂੰ ਉਪਦੇਸ਼ ਦੇਵੇਂਗਾ? ਅਸ਼ਟਾਵਕਰ ਕਹਿੰਦਾ, ਅਸ਼ਟਾਵਕਰ ਨਾਮ ਤਾਂ ਸੀ ਕਿਉਂਕਿ ਸਰੀਰ ਦੇ ਵਿੱਚ 8 ਵਲ ਪੈਂਦੇ ਸੀ। ਉਹ ਕਹਿੰਦਾ ਵੀ ਚੱਲ ਠੀਕ ਹੈ, ਮੈਂ ਤੇਰੇ ਤੋਂ ਉਪਦੇਸ਼ ਲੈਣਾ। ਕਹਿੰਦਾ ਤੂੰ ਉਪਦੇਸ਼ ਦੇਵੇਂਗਾ? ਕਹਿੰਦਾ ਹਾਂਜੀ, ਮੈਂ ਤੁਹਾਨੂੰ ਉਪਦੇਸ਼ ਦੇਣ ਵਾਸਤੇ ਆਇਆ। ਕਹਿੰਦਾ ਚਲੋ ਫਿਰ ਦੋ ਉਪਦੇਸ਼। ਕਹਿੰਦਾ ਇਸ ਤਰ੍ਹਾਂ ਥੋੜੀ ਉਪਦੇਸ਼ ਮਿਲਦੇ ਆ, ਤੈਨੂੰ ਇੱਕ ਚੀਜ਼ ਮੈਨੂੰ ਦੇਣੀ ਪਏਗੀ। ਕਹਿੰਦਾ ਕਿਹੜੀ ਚੀਜ਼? ਕਹਿੰਦਾ ਜਾਂ ਤੂੰ ਆਪਣਾ ਤਨ ਮੈਨੂੰ ਦੇ ਦੇ, ਜਾਂ ਮਨ ਮੈਨੂੰ ਦੇ ਦੇ, ਜਾਂ ਧਨ ਮੈਨੂੰ ਦੇ ਦੇ। ਉਹ ਕਹਿੰਦਾ ਕਿ ਚੱਲ ਮੈਂ ਸਲਾਹ ਕਰਕੇ ਦੱਸਦਾ। ਕਹਿੰਦਾ ਗੁਰੂ ਦਕਸ਼ਨਾ ਮੈਂ ਪਹਿਲੋਂ ਲੈਣੀ ਹੈ। ਗੁਰੂ ਦਕਸ਼ਨਾ ਹੁੰਦੀ ਹੈ ਨਾ, ਜੋ ਗੁਰੂ ਦੇ ਕੋਲੋਂ ਸਿੱਖਿਆ ਲੈਂਦੇ ਤੇ ਦਕਸ਼ਨਾ ਲੈਂਦਾ ਗੁਰੂ। ਕਹਿੰਦਾ ਮੈਂ ਗੁਰੂ ਦਕਸ਼ਨਾ ਦੇ ਰੂਪ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ 'ਚ ਇੱਕ ਚੀਜ਼ ਲਊਂਗਾ। ਉਹ ਗਿਆ ਆਪਣੀ ਪਤਨੀ ਕੋਲ, ਕਹਿੰਦਾ ਏਦਾਂ ਆਹ ਗੱਲ ਬਣੀ ਹੈ, ਕੀ ਕੀਤਾ ਜਾਵੇ? ਤੇ ਪਤਨੀ ਨੇ ਕਿਹਾ ਵੀ ਆਪਾਂ ਨੂੰ ਤੁਹਾਡਾ ਤਨ ਜਿਹੜਾ ਉਹ ਤੁਹਾਡਾ ਆਪਣਾ ਹੈ, ਉਹ ਗੁਰੂ ਨੂੰ ਕਿਵੇਂ ਦੇ ਸਕਦੇ ਹੋ? ਤੇ ਧਨ ਪਦਾਰਥ ਤੋਂ ਬਿਨਾਂ ਆਪਾਂ ਰਾਜ ਕਿਵੇਂ ਚਲਾਵਾਂਗੇ? ਤੇ ਮਨ ਜਿਹੜਾ ਉਹ ਦੇ ਦੂ ਆਪਣੇ ਗੁਰੂ ਨੂੰ। ਕਹਿੰਦਾ ਚਲ ਠੀਕ ਹੈ। ਉਹ ਗਿਆ ਅਸ਼ਟਾਵਕਰ ਨੂੰ, ਕਹਿੰਦਾ ਮੈਂ ਨਾ ਤੁਹਾਨੂੰ ਆਪਣਾ ਮਨ ਦਿੱਤਾ। ਕਹਿੰਦਾ ਠੀਕ ਹੈ, ਮਨ ਦਿੱਤਾ ਤੇ ਮੰਨ ਗਏ ਗੱਲ। ਕਹਿੰਦਾ ਚਲੋ ਫਿਰ ਹੁਣ ਮੈਨੂੰ ਉਪਦੇਸ਼ ਦਿਓ। ਤੇ ਕਹਿੰਦਾ ਉਪਦੇਸ਼ ਮੈਨੂੰ ਉਦੋਂ ਦੇਣਾ ਜਦੋਂ ਮੈਂ ਘੋੜੇ ਦੀ ਰਕਾਬ ਦੇ ਵਿੱਚ ਪੈਰ ਧਰਨ ਲੱਗਾ, ਉਦੋਂ ਉਪਦੇਸ਼ ਦੇਣਾ। ਤੇ ਜੇ ਮੇਰੇ ਮਨ ਚੰਗਾ ਲੱਗਾ ਮੈਨੂੰ ਤੇ ਫਿਰ ਮੈਂ ਤੁਹਾਨੂੰ ਬਖਸ਼ ਦੇਵਾਂਗਾ, ਨਹੀਂ ਤੇ ਕਤਲ ਕਰ ਦਾਂਗਾ।
ਜਦੋਂ ਉਹ ਘੋੜੇ ਦੀ ਰਕਾਬ ਦੇ ਵਿੱਚ ਪੈਰ ਧਰ ਲੱਗਾ ਤੇ ਅਸ਼ਟਾਵਕਰ ਨੇ ਕਿਹਾ, ਰਾਜਾ ਰੁਕ ਜਾ, ਰਾਜਨ ਰੁਕ ਜਾ। ਉਹ ਰੁਕ ਗਿਆ। ਕਹਿੰਦਾ ਕੀ ਗੱਲ ਹੈ? ਕਹਿੰਦਾ ਘੋੜੇ ਤੇ ਨਹੀਂ ਚੜ ਸਕਦਾ ਤੂੰ। ਕਹਿੰਦਾ ਕਿਉਂ ਨਹੀਂ ਚੜ ਸਕਦਾ? ਕਹਿੰਦਾ ਮੇਰਾ ਮਨ ਕਹਿੰਦਾ ਕਿ ਤੂੰ ਘੋੜੇ ਤੇ ਨਹੀਂ ਚੜ ਸਕਦਾ। ਕਹਿੰਦਾ ਤੇਰਾ ਮਨ ਕੀ ਮਤਲਬ? ਕਹਿੰਦਾ ਤੂੰ ਮੈਨੂੰ ਮਨ ਦਿੱਤਾ ਹੈ ਨਾ, ਇਸ ਕਰਕੇ ਮੇਰਾ ਮਨ ਇਹ ਕਹਿੰਦਾ ਕਿ ਤੂੰ ਘੋੜੇ ਤੇ ਨਾ ਚੜ ਤੇ ਪਿੱਛੇ ਆ ਜਾ। ਉਹ ਪਿੱਛੇ ਆ ਗਿਆ। ਕਹਿੰਦਾ ਫੇਰ? ਕਹਿੰਦਾ ਫਿਰ ਇਹਦੇ ਮਤਲਬ ਕੀ ਹੋਇਆ? ਕਹਿੰਦਾ ਮਤਲਬ ਇਹ ਆ ਕਿ ਤੂੰ ਹੁਣ ਮੈਨੂੰ ਮਨ ਦੇ ਦਿੱਤਾ, ਹੁਣ ਜਿਹੜਾ ਕਾਰਜ ਮੈਂ ਕਹੂੰਗਾ ਉਹ ਕਾਰਜ ਤੂੰ ਕਰਨਾ, ਫਿਰ ਤੇਰਾ ਭਲਾ ਹੋ ਸਕਦਾ। ਤੇ ਇਸੇ ਕਰਕੇ ਸਤਿਗੁਰਾਂ ਨੇ ਤਨ ਵੀ, ਮਨ ਵੀ ਤੇ ਧਨ ਵੀ ਗੁਰੂ ਨੂੰ ਸੌਂਪਣਾ, ਤੇ ਫਿਰ ਕੀ ਕਰਨਾ? ਹੁਕਮ ਮੰਨੀਏ ਪਾਈਏ, ਫਿਰ ਗੁਰੂ ਦਾ ਹੁਕਮ ਮੰਨਣਾ। ਉਹ ਕਹਿੰਦਾ ਜਦੋਂ ਹੁਣ ਤੂੰ ਮੈਨੂੰ ਮਨ ਦੇ ਦਿੱਤਾ ਨਾ, ਹੁਣ ਮੇਰਾ ਹੁਕਮ ਹੈ, ਜਿਹੜੀ ਗੱਲ ਮੈਂ ਕਹੂੰਗਾ ਉਹ ਤੈਨੂੰ ਮੰਨਣੀ ਪਊਗੀ, ਫਿਰ ਤੈਨੂੰ ਜਿਹੜਾ ਹੈ ਤੇਰਾ ਭਲਾ ਹੋਣਾ ਹੈ, ਉਸ ਤਰ੍ਹਾਂ ਭਲਾ ਨਹੀਂ ਹੋਣਾ। ਤੇ ਇਸੇ ਤਰ੍ਹਾਂ ਸਿੱਖ ਦਾ ਭਲਾ ਉਦੋਂ ਹੈ ਜਦੋਂ ਸਿੱਖ ਆਪਣੇ ਗੁਰੂ ਨੂੰ ਤਨ, ਮਨ ਤੇ ਧਨ ਜਿਹੜਾ ਉਹ ਦੇ ਦੇਵੇ। ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ। ਹੁਕਮ ਮੰਨ ਕੇ ਫਿਰ ਪਰਮੇਸ਼ਰ ਪਾਇਆ ਜਾ ਸਕਦਾ ਹੈ, ਫਿਰ ਆਨੰਦ ਪਾਇਆ ਜਾ ਸਕਦਾ ਹੈ। ਹੁਕਮ ਮੰਨੇ ਹੋ ਗੁਰੂ ਕੇਰਾ। ਕਹਿੰਦੇ ਹੁਕਮ ਮੰਨੋ ਗੁਰੂ ਦਾ, ਗੁਰੂ ਦਾ ਹੁਕਮ ਮੰਨੋ। ਤੇ ਕੀ ਹੈ ਗੁਰੂ ਦਾ ਹੁਕਮ? ਗਾਵੋ ਸੱਚੀ ਬਾਣੀ, ਬਾਣੀ ਗਾਉਣੀ ਗੁਰੂ ਦਾ ਹੁਕਮ ਹੈ, ਬਾਣੀ ਪੜ੍ਹਨੀ ਗੁਰੂ ਦਾ ਹੁਕਮ ਹੈ। ਬਾਣੀ ਪੜ੍ਹੋਗੇ ਤੇ ਕਲਿਆਣ ਹੋਊਗਾ, ਇਹ ਗੁਰੂ ਦਾ ਹੁਕਮ ਹੈ। ਇਸ ਕਰਕੇ ਬਾਣੀ ਪੜ੍ਹਨੀ ਜਿਹੜੀ ਹੈ ਨਾ, ਇਹ ਗੁਰੂ ਦਾ ਹੁਕਮ ਕਮਾਓ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਬਾਣੀਆਂ ਤੇ ਹੋਰ ਵੀ ਬੜੀਆਂ, ਸਤਿਗੁਰੂ ਕਿਹੜੀ ਬਾਣੀ ਦੀ ਗੱਲ ਕਰਦੇ ਹੋ? ਕਹਿੰਦੇ ਸੱਚੀ ਬਾਣੀ ਜਿਹੜੀ ਗੁਰੂ ਸਾਹਿਬਾਨਾਂ ਦੇ ਮੂੰਹ ਚੋਂ ਨਿਕਲੀ ਹੈ, ਜਿਹੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਉਹ ਸੱਚੀ ਬਾਣੀ। ਉਹ ਬਾਣੀ ਗਾਓ ਜਿਹੜੀ ਗੁਰੂ ਦੁਆਰਾ ਬਖਸ਼ੀ ਹੋਈ ਆ, ਉਹ ਬਾਣੀ ਤੁਸੀਂ ਗਾਓ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਅਕਥੋਂ ਅਕਥ ਕਹਾਣੀ। ਸਤਿਗੁਰੂ ਕਹਿੰਦੇ ਇਹ ਸੰਤ ਜਨੋ, ਉਸ ਅਕਥ ਦੀ ਕਹਾਣੀ ਸੁਣੋ, ਉਸ ਅਕਥ ਦੀ, ਉਸ ਅਕਾਲ ਪੁਰਖ ਦੀ। ਕਹੈ ਨਾਨਕ ਸੁਣੋ ਸੰਤੋ, ਇਹ ਸੰਤ ਜਨੋ ਸੁਣੋ ਉਸ ਅਕਥ ਦੀ। ਕਥੋ, ਕਥੋ ਉਸ ਅਕਥ ਦੀ ਕਹਾਣੀ ਨੂੰ, ਉਸ ਅਕਾਲ ਪੁਰਖ ਨੂੰ ਜਿਹੜਾ ਹੈ ਜਾਣਨ ਵਾਸਤੇ ਗੁਰੂ ਦੇ ਕੋਲ ਜਾਓ। ਜਿਹੜਾ ਗੁਰੂ ਹੈ ਉਹ ਤੁਹਾਨੂੰ ਉਸ ਅਕਥ ਦੀ ਕਹਾਣੀ ਜਿਹੜੀ ਉਹ ਦ੍ਰਿੜ ਕਰਵਾ ਦੇਗਾ, ਤੁਹਾਨੂੰ ਦੱਸ ਦੇਗਾ ਕਿ ਉਹ ਅਕਥ ਕਿੱਦਾਂ ਦਾ ਹੈ, ਉਹ ਅਕਾਲ ਪੁਰਖ ਕਿੱਦਾਂ ਦਾ ਹੈ। ਪਰ ਉਹਦੇ ਵਾਸਤੇ ਰਸਤਾ ਕੀ ਹੈ? ਤਨ, ਮਨ, ਧਨ, ਇਹ ਸਾਰਾ ਕੁਝ ਗੁਰੂ ਨੂੰ ਸੌਂਪਣਾ ਪੈਣਾ ਹੈ। ਉਸ ਤਰ੍ਹਾਂ ਕੋਈ ਰਸਤਾ ਨਹੀਂ ਕਿ ਤੁਹਾਨੂੰ ਜਿਹੜਾ ਹੈ ਆਨੰਦ ਦੀ ਪ੍ਰਾਪਤੀ ਹੋ ਜਾਵੇ। ਸਤਿਗੁਰੂ ਬਖਸ਼ਿਸ਼ ਕਰਦੇ ਆ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਹੁਣ ਸਤਿਗੁਰੂ ਕਹਿੰਦੇ ਕਿ ਜੇ ਕੋਈ ਆਖੇ ਕਿ ਮੈਂ ਚਤੁਰ ਹੋ ਕੇ ਚਤੁਰਾਈ ਦੇ ਨਾਲ ਪਾਲਾਂ ਆਨੰਦ ਨੂੰ, ਇਹ ਵੀ ਕਦੀ ਨਹੀਂ ਹੋ ਸਕਦਾ। ਕਿ ਮੈਂ ਗੁਰੂਦੁਆਰੇ ਜਾਵਾਂ, ਤਿਆਰ ਬਰ ਤਿਆਰ ਹੋ ਕੇ ਸਾਰੇ ਕਹਿਣ ਵੀ ਬੜਾ ਗੁਰਮੁਖ ਆ, ਤੇ ਮਨ ਦੇ ਵਿੱਚ ਖੋਟ ਹੋਵੇ, ਚੰਚਲਤਾਈ ਹੋਵੇ, ਮਨ ਦੇ ਵਿੱਚ ਵਿਕਾਰ ਹੋਣ, ਉਹਦੇ ਨਾਲ ਵੀ ਨਹੀਂ ਆਨੰਦ ਪਾਇਆ ਜਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਦੇ ਨਾਲ ਜਿਹੜਾ ਹੈ ਆਨੰਦ ਨਹੀਂ ਪਾਇਆ ਜਾ ਸਕਦਾ। ਚਤੁਰਾਈਆਂ ਗੁਰੂ ਦੇ ਸਾਹਮਣੇ ਨਹੀਂ ਚੱਲਦੀਆਂ। ਜੇ ਗੁਰੂ ਨੇ ਕਹਿ ਦਿੱਤਾ ਹੈ ਕਿ ਹੁਕਮ ਮੰਨਣਾ ਪੈਣਾ ਹੈ, ਤੇ ਫਿਰ ਦੋਵੇਂ ਹੱਥ ਜੋੜ ਕੇ ਝੁਕਣਾ ਪਊਗਾ। ਇਹ ਨਹੀਂ ਕਿ ਨਾਲੇ ਵਿਕਾਰ ਵੀ ਕਮਾਈ ਜਾਵੇ ਤੇ ਨਾਲ ਗੁਰੂਦੁਆਰੇ ਵੀ ਆਈ ਜਾਵੇ। ਇਸ ਤਰ੍ਹਾਂ ਰਸਤਾ ਨਹੀਂ ਹੈ, ਇਸ ਤਰ੍ਹਾਂ ਆਨੰਦ ਨਹੀਂ ਪ੍ਰਾਪਤ ਹੋਣਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਦੇ ਨਾਲ ਕਿਸੇ ਵੀ ਮਨੁੱਖ ਨੇ ਆਨੰਦ ਨਹੀਂ ਪ੍ਰਾਪਤ ਕੀਤਾ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇੱਥੇ ਰੁਕਣਾ ਹੈ ਜੀ। ਚਤੁਰਾਈ ਨਾ ਪਾਇਆ ਕਿਨੈ, ਇੱਥੇ ਰੁਕਣਾ। ਕਈ ਵਾਰੀ ਪੜ ਜਾਂਦੇ ਆ ਚਤੁਰਾਈ ਨਾ ਪਾਇਆ ਕਿਨੈ ਤੂੰ, ਇੱਥੇ ਰੁਕਦੇ ਆ। ਨਹੀਂ, ਇੱਥੇ ਨਹੀਂ ਰੁਕਣਾ, ਇੱਥੇ ਰੁਕਣਾ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮੇਰਿਆ ਮਨਾ, ਤੂੰ ਇਹ ਗੱਲ ਸੁਣ ਲਾ, ਸਮਝ ਲਾ, ਧਿਆਨ ਦੇ ਕੇ ਸੁਣ ਲਾ। ਚਤੁਰਾਈਆਂ ਦੇ ਨਾਲ ਪ੍ਰਮਾਤਮਾ, ਚਤੁਰਾਈਆਂ ਦੇ ਨਾਲ ਆਨੰਦ ਨਹੀਂ ਪ੍ਰਾਪਤ ਹੋਣਾ ਹੈ। ਨਿਮਰਤਾ ਦੇ ਵਿੱਚ ਆਏਗਾ ਤੇ ਤੈਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ। ਚਤੁਰਾਈਆਂ ਦੇ ਨਾਲ ਤੈਨੂੰ ਕਿਸੇ ਤਰ੍ਹਾਂ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਅੰਦਰੋਂ ਮਨੁੱਖ ਮਾਇਆ ਦੇ ਵਿੱਚ ਮੋਹਿਆ ਹੋਵੇ, ਅੰਦਰੋਂ ਵਿਕਾਰਾਂ ਦੇ ਵਿੱਚ ਮੋਹਿਆ ਹੋਵੇ, ਤੇ ਭਰਮ ਦੇ ਵਿੱਚ ਲੱਗਾ ਹੋਵੇ, ਤੇ ਨਾਲੇ ਗੁਰੂਦੁਆਰੇ ਵੀ ਹਾਜ਼ਰੀ ਭਰੀ ਜਾਵੇ, ਇਸ ਤਰ੍ਹਾਂ ਆਨੰਦ ਥੋੜੀ ਪ੍ਰਾਪਤੀ। ਸਤਿਗੁਰੂ ਕਹਿੰਦੇ ਇਹ ਮਾਇਆ ਮੋਹਣੀ, ਇਹ ਮਾਇਆ ਬੜੀ ਮੋਹਣੀ ਹੈ। ਜਿਨ ਏਤ ਭਰਮ ਭੁਲਾਇਆ, ਇਹ ਭਰਮ ਦੇ ਵਿੱਚ ਭੁਲਾ ਕੇ ਰੱਖਦੀ ਹੈ ਮਨੁੱਖ ਨੂੰ, ਭਰਮ ਦੇ ਕੁਰਾਏ ਪਾਏ ਰੱਖਦੀ ਆ। ਹਰ ਵੇਲੇ ਮਨੁੱਖ ਭੱਜਾ ਫਿਰਦਾ ਰਹਿੰਦਾ। ਇਹ ਕੁਰਾਏ ਪਾਉਣ ਵਾਲੀ ਮਾਇਆ ਮਨ ਨੂੰ ਚੰਚਲ ਕਰਕੇ ਰੱਖਦੀ ਆ। ਮਾਇਆ ਤਾਂ ਮੋਹਣੀ ਕਿੰਨੇ ਕੀਤੀ। ਸਤਿਗੁਰੂ ਕਹਿੰਦੇ ਪਰ ਇਹ ਮਾਇਆ ਜਿਹੜੀ ਮੋਹਣੀ ਕੀਤੀ ਕਿੰਨੇ ਆ? ਇਹ ਆਪਣੇ ਆਪ ਥੋੜੀ ਮੋਹਣੀ ਹੋਈ ਆ। ਸਤਿਗੁਰੂ ਕਹਿੰਦੇ ਮਾਇਆ ਜਿਹੜੀ ਹੈ ਨਾ,
ਇਹ ਪਰਮਾਤਮਾ ਦੀ ਕੀਤੀ ਹੋਈ ਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਇਹ ਜਿਹੜੀ ਮਨ ਨੂੰ ਮੋਹਣ ਵਾਲੀ ਮਾਇਆ ਨਾ, ਇਹ ਉਸ ਅਕਾਲ ਪੁਰਖ ਦੀ ਕੀਤੀ ਹੋਈ ਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ, ਜਿਨੇ ਮਨੁੱਖ ਨੂੰ ਠੱਗਿਆ ਹੋਇਆ ਹੈ। ਠੱਗ ਬੂਟੀ, ਇਹ ਠਗੌਲੀ ਦਾ ਅਰਥ ਹੁੰਦਾ ਠੱਗ ਬੂਟੀ। ਠੱਗ ਬੂਟੀ ਹੁੰਦੀ ਸੀ ਪੁਰਾਣੇ ਸਮਿਆਂ 'ਚ, ਬੂਟੀ ਦੇ ਨਾਲ ਲੋਕ ਜਿਹੜਾ ਸੀ ਰਾਹਗੀਰਾਂ ਨੂੰ ਧੁੰਘਾ ਕੇ ਤੇ ਉਹਨਾਂ ਨੂੰ ਠੱਗ ਲੈਂਦੇ ਸਨ। ਉਹਨਾਂ ਦੇ ਧੁੰਘਾ ਕੇ ਬੇਹੋਸ਼ ਕਰਕੇ ਤੇ ਉਹਨਾਂ ਦਾ ਜਿਹੜਾ ਸੀ ਧਨ ਪਦਾਰਥ ਲੁੱਟ ਲੈਂਦੇ ਸਨ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਮਾਇਆ ਜਿਹੜੀ ਇਹ ਮੋਹਣੀ ਹੈ ਉਹਨੇ ਕੀਤੀ ਆ। ਇਹ ਕੈਸੀ ਹੈ? ਜਿਨ ਠਗੌਲੀ ਪਾਈ ਆ। ਇਹ ਠਗੌਲੀ ਹੈ ਇਹਦੇ ਕੋਲ। ਇਹ ਮਨੁੱਖ ਨੂੰ ਜਿਹੜੀ ਹੈ ਨਾ, ਇਹ ਮਾਇਆ ਉਹ ਕੇ ਮਨੁੱਖ ਨੂੰ ਠੱਗ ਬੂਟੀ ਸੰਘਾ ਕੇ ਮਾਇਆ ਦੇ ਵਿੱਚ ਖਚਿਤ ਕਰਕੇ ਉਹਦਾ ਜੀਵਨ ਰੂਪੀ ਅੰਮ੍ਰਿਤ ਜਿਹੜਾ ਲੁੱਟ ਲੈਂਦੀ ਹੈ। ਉਹਦਾ ਜੀਵਨ ਜਿਹੜੇ ਤਬਾਹ ਕਰ ਦਿੰਦੀ ਆ। ਉਹਦਾ ਜਿਹੜਾ ਜੀਵਨ ਰੂਪੀ ਖਜ਼ਾਨਾ ਹੈ, ਅੰਮ੍ਰਿਤ ਰੂਪੀ ਖਜ਼ਾਨਾ ਹੈ, ਉਹ ਲੁੱਟ ਲੈਂਦੀ ਹੈ। ਐਸੀ ਹੈ ਇਹ ਮਾਇਆ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ। ਕੁਰਬਾਨ ਕੀਤਾ ਤਿਸੈ ਵਿਟਹੁ, ਸਤਿਗੁਰ ਕਹਿੰਦੇ ਮੈਂ ਕੁਰਬਾਨ ਜਾਨਾ ਹੈ ਤਿਸੈ ਵਿਟਹੁ, ਉਸ ਤੋਂ, ਉਸ ਵਾਹਿਗੁਰੂ ਤੋਂ, ਉਸ ਪ੍ਰਭੂ ਤੋਂ, ਜਿਨ ਮੋਹ ਮਿੱਠਾ ਲਾਇਆ, ਜਿਸ ਨੇ ਮਿੱਠਾ ਮੋਹ ਲਾਇਆ ਮਨੁੱਖ ਨੂੰ, ਜਿਸ ਨੇ ਹਰ ਮਨੁੱਖ ਨੂੰ ਮਾਇਆ ਦਾ ਮੋਹ ਲਾਇਆ ਹੋਇਆ ਹੈ, ਜਿਹਨੇ ਮੋਹ ਮਿੱਠਾ ਲਾਇਆ। ਮਿੱਠਾ ਹੈ ਨਾ ਇਹ ਮਾਇਆ ਦਾ ਮੋਹ, ਕਿੰਨਾ ਮਿੱਠਾ ਹੈ। ਮਨੁੱਖ ਪਰਿਵਾਰਾਂ ਦੇ ਵਿੱਚ ਕਹਿੰਦਾ ਮੈਨੂੰ ਬੜਾ ਆਨੰਦ ਹੈ, ਪਰਿਵਾਰ 'ਚ ਆਪਣੇ ਧਨ ਪਦਾਰਥਾਂ ਦੇ ਵਿੱਚ ਆਨੰਦ ਲੈਂਦਾ ਹੈ। ਮਿੱਠਾ ਮੋਹ ਹੀ ਹੈ ਨਾ ਮਨੁੱਖ ਨੂੰ ਲੱਗਾ ਆ। ਹਰ ਚੀਜ਼ ਦੇ ਵਿੱਚ ਜਿਹੜਾ ਇਹ ਨਹੀਂ ਪਤਾ ਕਿ ਜੀਵਨ ਬੀਤਦਾ ਜਾਂਦਾ ਹੈ ਤੇ ਜੀਵਨ ਜਿਹੜਾ ਖਤਮ ਹੋ ਜਾਣਾ ਇੱਕ ਦਿਨ, ਇਹ ਕਦੀ ਨਹੀਂ ਸੋਚਦਾ। ਬਸ ਇਸ ਮਿੱਠੇ ਦੇ ਮੋਹ ਦੇ ਵਿੱਚ ਹੀ ਜਿਹੜਾ ਲੱਗਾ ਹੋਇਆ ਹੈ। ਜਿਵੇਂ ਕਹਿੰਦੇ ਉਹ ਇੱਕ ਦ੍ਰਿਸ਼ਟਾਂਤ ਆਉਂਦਾ, ਸਮਾਂ ਹੋ ਗਿਆ ਮੈਂ ਸਮਾਪਤੀ ਵੱਲ ਵਧਾਂ, ਕਿ ਉਹ ਦ੍ਰਿਸ਼ਟਾਂਤ ਆਉਂਦਾ ਹੈ। ਕਹਿੰਦੇ ਕਿ ਉਹ ਕੋਈ ਬੰਦਾ ਜਿਹੜਾ ਸੀ ਉਹ ਖੂਹ ਦੇ ਵਿੱਚ ਡਿੱਗ ਪਿਆ ਤੇ ਉਹਨੇ ਜਿਹੜੀ ਇੱਕ ਜੜ ਫੜ ਲਈ, ਉਹਨਾਂ ਲਮਕ ਕੇ ਤਾਹ ਨੂੰ ਚੜੀ ਜਾਂਦਾ ਤੇ ਉੱਤੋਂ ਮੱਖੀਆਂ ਦਾ ਛੱਤਾ ਸੀ, ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ, ਉਹ ਛੱਤੇ 'ਚੋਂ ਜਿਹੜਾ ਸੀ ਉਹ ਚੋਣ ਲੱਗ ਗਿਆ ਸ਼ਹਿਦ, ਉਹਦੇ ਮੂੰਹ ਦੇ ਵਿੱਚ ਪਈ ਜਾਵੇ। ਤੇ ਦੂਸਰੇ ਪਾਸਿਓਂ ਜਿਹੜਾ ਚੂਹਾ ਸੀ ਉਹ ਜਿਹੜੀ ਹੁੰਦੀ ਹੈ ਰੱਸੀ, ਉਹ ਕੱਟੀ ਜਾਵੇ, ਜਿਹਦਾ ਉਹਨੇ ਸਹਾਰਾ ਲਿਆ ਸੀ, ਚੜ ਰਿਹਾ ਸੀ ਤਾਂ ਨੂੰ, ਪਰ ਉਸ ਚੂਹੇ ਵੱਲ ਕੋਈ ਧਿਆਨ ਹੀ ਨਹੀਂ ਉਹਦਾ। ਤੇ ਉਹ ਸ਼ਹਿਦ ਦੇ ਰਸ ਦੇ ਵਿੱਚ ਲੱਗਾ ਜਿਹੜਾ, ਤੇ ਉਹ ਉਸ ਖੂਹ ਦੇ ਵਿੱਚ ਲਮਕਿਆ ਪਿਆ ਕਿ ਸ਼ਹਿਦ ਬੜਾ ਮਿੱਠਾ। ਇਸੇ ਤਰ੍ਹਾਂ ਜਿਹੜੀ ਮਾਇਆ ਹੈ, ਮੋਹ ਆ, ਇਹ ਮਿੱਠਾ ਲੱਗਾ ਹੋਇਆ ਮਨੁੱਖ ਨੂੰ। ਇਹ ਜਿਵੇਂ ਸ਼ਹਿਦ ਉਹਦੇ ਮੂੰਹ 'ਚ ਡਿੱਗ ਰਿਹਾ ਹੋਵੇ, ਇਸ ਤਰ੍ਹਾਂ ਮਨੁੱਖ ਦਾ ਜਿਹੜਾ ਮਾਇਆ ਦੇ ਵਿੱਚ ਹਰ ਵੇਲੇ ਲੱਗਾ ਰਿਹਾ, ਪਰ ਇਹਨੂੰ ਇਹ ਨਹੀਂ ਪਤਾ ਜਿਹੜਾ ਚੂਹਾ ਜਮ ਹੈ ਉਹ ਸਦਾ ਹੀ ਹਰ ਵੇਲੇ ਮੌਤ ਵਾਂਗੂ ਜਿਹੜਾ ਸਿਰ ਦੇ ਉੱਤੇ ਮੰਡਰਾ ਰਿਹਾ, ਤੇਰੇ ਜਿਹੜੇ ਸਵਾਸਾਂ ਰੂਪੀ ਆ ਤੇਰੀ ਰੱਸੀ ਉਹਨੂੰ ਕੱਟ ਰਿਹਾ, ਕਿ ਪਤਾ ਨਹੀਂ ਕਿਹੜੇ ਵੇਲੇ ਉਹ ਸਵਾਸਾਂ ਦੀ ਰੱਸੀ ਉਹਨੇ ਕੱਟ ਦੇਣੀ ਹੈ ਤੇ ਬੰਦਾ ਖੂਹ ਦੇ ਵਿੱਚ ਡਿੱਗ ਜਾਣਾ ਹੈ, ਮੌਤ ਦੇ ਵੱਲ ਚਲਾ ਜਾਣਾ ਹੈ। ਇਸ ਤਰ੍ਹਾਂ ਮੋਹ ਮਿੱਠਾ ਲਾਇਆ। ਸਤਿਗੁਰ ਕਹਿੰਦੇ ਮੈਂ ਕੁਰਬਾਨ ਜਾਨਾ ਉਸ ਵਾਹਿਗੁਰੂ ਤੋਂ, ਜਿਹਨੇ ਜੀਵਾਂ ਨੂੰ ਇਸ ਮਾਇਆ ਦਾ ਮੋਹ ਜਿਹੜਾ ਮਿੱਠਾ ਕਰਕੇ ਲਾਇਆ ਹੋਇਆ ਹੈ, ਤੇ ਮਨੁੱਖ ਆਪਣੀ ਚੰਚਲਾਂ ਚਤਰਾਈਆਂ ਦੇ ਨਾਲ ਰੱਬ ਨੂੰ ਵੀ ਜਿਹੜਾ ਪੋਣਾ ਚਾਹੁੰਦੇ ਆ। ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਸਤਿਗੁਰੂ ਕਹਿੰਦੇ ਆ ਕਿ ਮਨ ਚੰਚਲਾ ਚਤਰਾਈ ਦੇ ਨਾਲ ਉਹਨੂੰ ਨਹੀਂ ਪਾਇਆ ਜਾ ਸਕਦਾ। ਹੇ ਕਹਿ ਨਾਨਕ ਮਨ ਚੰਚਲ, ਮੇਰਿਆ ਮਨਾ ਚੰਚਲ ਮਨਾ, ਤੈਨੂੰ ਚਤਰਾਈ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਚਤਰਾਈ ਦੇ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਨੰਦ ਦੀ ਪ੍ਰਾਪਤੀ ਹੋਣੀ ਗੁਰੂ ਦੇ ਦੁਆਰੇ ਤੇ ਜਾ ਕੇ, ਆਨੰਦ ਦੀ ਪ੍ਰਾਪਤੀ ਹੋਣੀ ਗੁਰੂ ਦਾ ਹੁਕਮ ਮੰਨ ਕੇ, ਸੱਚੀ ਬਾਣੀ ਗਾ ਕੇ ਆਨੰਦ ਦੀ ਪ੍ਰਾਪਤੀ ਹੋਣੀ ਆ। ਚਤੁਰਾਈਆਂ ਦੇ ਨਾਲ ਜਿਹੜਾ ਹੈ, ਚਤੁਰਾਈ ਨਹਿ ਚਤੁਰਭੁਜ ਪਾਈਏ, ਚਤੁਰਾਈਆਂ ਦੇ ਨਾਲ ਉਹ ਚਤੁਰਭੁਜੀ ਪ੍ਰਮਾਤਮਾ ਜਿਹੜਾ ਹੈ ਨਹੀਂ ਪਾਇਆ ਜਾ ਸਕਦਾ। ਮਨੁੱਖ ਕਰਦਾ ਨਾ ਕਈ ਤਰ੍ਹਾਂ ਦੀਆਂ ਚਤੁਰਾਈਆਂ, ਆਪਣੇ ਆਪ ਨੂੰ ਸੱਚਾ ਦੱਸਣ ਵਾਸਤੇ ਬੜਾ ਕੁਝ ਕਰਦਾ, ਪਰ ਚਤੁਰਾਈਆਂ ਦੇ ਨਾਲ ਜਿਹੜਾ ਪ੍ਰਮਾਤਮਾ ਦੇ ਦਰ ਤੇ ਚਤੁਰਾਈਆਂ ਨਹੀਂ ਚੱਲਦੀਆਂ। ਇੱਥੇ ਨਿਵ ਕੇ ਆਉਣ ਵਾਲਿਆਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ, ਤੇ ਜਿਹੜੇ ਚਤੁਰਾਈਆਂ ਕਰਦੇ, ਚਲਾਕੀਆਂ ਕਰਦੇ ਆ, ਉਹ ਸਾਰਾ ਕੁਝ ਆਪਣਾ ਖੋਹ ਕੇ ਚਲੇ ਜਾਂਦੇ ਆ। ਇਸ ਕਰਕੇ ਚਤੁਰਾਈਆਂ ਦੇ ਨਾਲ ਪ੍ਰਾਪਤੀ ਨਹੀਂ ਹੈ। ਸੋ ਸਾਧ ਸੰਗਤ ਆਪਾਂ 10 ਪੌੜੀਆਂ ਅੱਜ ਕਰ ਲਈਆਂ, ਸਮਾਂ ਵਧੇਰੇ ਹੋ ਚੁੱਕਾ ਹੈ, ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਤੇ ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਆਪਣਾ ਜੋ ਮਾਈਕ ਹੈ ਉਹ ਔਨ ਕਰਕੇ ਤੇ ਪੁੱਛ ਸਕਦੇ ਹੋ। ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਸਮਾਂ ਵੀ ਕਾਫੀ ਹੋ ਗਿਆ, ਵੈਸੇ ਵੀ ਰਹਿਰਾਸ ਸਾਹਿਬ ਦਾ ਸਮਾਂ ਹੈ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।